गुरु नानक पद पंकज बंदन पद पंकज बंदन सिमरो अंगद दुख निकंदन गुर अमरदास हृदय नित त्यावो हृदय नित श्री गुरु रामदास गुण गावो गुर अर्जन बिघ्नन के नासक बिघ्नन के हर गोबिंद शुभ सुमत प्रकाश श्री हर राय नमो कर जोरी नमो कर श्री हर कृष्ण मनाऊं बहो गुरु तेग बहादुर परम कृपाला जी परम कृपा श्री गुरु गोबिंद सिंह बेसा तरो तरा पर पुन पुन सीसा जी पुन पुन बंदों बार बार जगदीश एक अंकारा सतगुरु तेह प्रसाद सच होय वाहेगुरु जी की फतेह है विघ्न विनाशन सो वाहेगुरु जी की फतेह है विघ्न विनाशन सोए। सतनाम श्री वाहिगुरु साहिब जी दोहरा फिर दसवें पातशाह सो वध्यो तुरकन वैर चुगली खाइयन पहाड़ियन गयो चंग्याड़ो पैल। वाहिगुरु जी का खालसा वाहिगुरु जी की फतेह। जुग हो जुग अटल चवर छतर तख्त के मालक साहिब कमाल दसां पातशाहियां दे पावनात्मक सरूप सतगुरु धन धन श्री गुरु ग्रंथ साहिब जी महाराज गरीब नवाज सच्चे पातशाह जी दे पाक पवित्र चरना कवलां पास संध्या दे दीवाना विच हाजरियां भर रही गुरु सरूप गुरु खालसा साध संगत जी आप जी सरबत गुरसिख संगतां ਵੱਡੇ ਭਾਗਾਂ ਵਾਲੇ ਹੋ। ਸਾਹਿਬ ਜੀ ਨੇ ਦਇਆ ਕਰਕੇ ਗੁਰ ਇਤਿਹਾਸ ਸਰਵਣ ਕਰਨ ਦਾ ਸਾਨੂੰ ਸੁਭਾਗ ਬਖਸ਼ਿਸ਼ ਕੀਤਾ ਹੈ। ਸ੍ਰੀ ਗੁਰੂ ਪੰਥ ਪ੍ਰਕਾਸ਼ ਪਾਵਨ ਗ੍ਰੰਥ ਦੀ ਲੜੀਵਾਰ ਕਥਾ ਵਿਚਾਰ ਆਪਾਂ ਹਰ ਰੋਜ਼ ਸਰਵਣ ਕਰ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਤਿਨਾਂ ਦੇ ਪਾਸ ਕਸ਼ਮੀਰੀ ਪੰਡਤ ਬੇਨਤੀ ਕਰਦੇ ਹਨ ਸਤਿਗੁਰੂ ਸਾਡਾ ਧਰਮ ਰੱਖੋ। ਹਜ਼ੂਰ ਨੇ ਬਚਨ ਕੀਤਾ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਸਲਮਾਨ ਬਣਾ ਲਏ, ਅਸੀਂ ਸਾਰੇ ਉਹਨਾਂ ਪਿੱਛੇ ਮੁਸਲਮਾਨ ਬਣ ਜਾਵਾਂਗੇ। ਔਰੰਗਾ ਸੋਚਦਾ ਹੈ ਬੜਾ ਸੌਖਾ ਕੰਮ ਹੈ, ਇੱਕ ਨੂੰ ਮੁਸਲਮਾਨ ਬਣਾਇਆ
ਅਗਰ ਸਾਰੇ ਮੁਸਲਮਾਨ ਬਣ ਜਾਂਦੇ ਨੇ, ਇਸ ਤੋਂ ਚੰਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ। ਉਹਨੇ ਆਪਣੇ ਅਹਿਲਕਾਰ ਫੌਜਾਂ ਭੇਜ ਦਿੱਤੀਆਂ, ਜਾਓ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰੋ। ਸਤਿਗੁਰੂ ਅਨੰਦਪੁਰ ਸਾਹਿਬ ਤੋਂ ਚੱਲ ਕੇ ਸੈਫਾਬਾਦ, ਸਮਾਣੇ, ਹੋਰ ਇਲਾਕਿਆਂ ਵਿੱਚ ਹੁੰਦੇ ਹੋਏ ਆਗਰੇ ਪਹੁੰਚੇ। ਬਾਗ ਵਿੱਚ ਵਿਰਾਜਮਾਨ ਹੋਏ ਅਤੇ ਉੱਥੇ ਇੱਕ ਬੱਚਾ ਆਜੜੀ, ਉਹਨੂੰ ਆਪਣਾ ਦੁਸ਼ਾਲਾ ਤੇ ਹੱਥ ਵਿੱਚ ਪਾਈ ਹੋਈ ਮੁੰਦੀ ਦਿੱਤੀ, ਜਾ ਸਾਡੇ ਵਾਸਤੇ ਦੁੱਧ ਤੇ ਮਠਿਆਈ ਲੈ ਕੇ ਆ। ਜਦੋਂ ਹਲਵਾਈ ਦੀ ਦੁਕਾਨ 'ਤੇ ਗਿਆ, ਉਹਨੇ ਵੇਖਿਆ ਮੁੰਦਰੀ ਬੜੀ ਕੀਮਤੀ ਹੈ। ਪੁੱਛਿਆ ਤੇਰੀ ਹੈ? ਕਹਿੰਦਾ ਨਹੀਂ, ਬਾਗ ਵਿੱਚ ਕੋਈ ਉਮਰਾਓ ਬੈਠਾ ਹੈ, ਕੋਈ ਅਮੀਰ ਵਿਅਕਤੀ ਹੈ, ਉਹਨੇ ਦਿੱਤੀ ਹੈ। ਪਹਿਲਾਂ ਤਾਂ ਉਹ ਮੰਨ ਗਿਆ। ਕਹਿੰਦਾ ਮਠਿਆਈ ਕਾਹਦੇ 'ਚ ਪਾਵਾਂ? ਉਹਨੇ ਦੁਸ਼ਾਲਾ ਮੂਹਰੇ ਕਰਤਾ। ਉਹ ਸੋਚਦਾ ਵੀ ਇਹ ਤਾਂ ਪੱਕਾ ਕੋਈ ਚੋਰ ਹੈ, ਵੀ ਇੰਨਾ ਕੀਮਤੀ ਦੁਸ਼ਾਲਾ ਕੋਈ ਮਠਿਆਈ ਵਾਸਤੇ ਖਰਾਬ ਥੋੜ੍ਹਾ ਕਰੇਗਾ। ਉਹਨੂੰ ਪਕੜ ਕੇ ਕੋਤਵਾਲੀ ਲੈ ਗਿਆ। ਕੋਤਵਾਲ ਨੇ ਆਖਿਆ ਚੋਰੀ ਕੀਤੀ? ਨਹੀਂ ਮਹਾਰਾਜ, ਇਹ ਤਾਂ ਬਾਗ ਵਿੱਚ ਕੋਈ ਬੈਠਾ ਹੈ। ਤਾਂ ਉਹ ਕਹਿੰਦੇ ਨੇ ਵੀ ਮੇਰਾ ਨਾਮ ਤੇਗ ਬਹਾਦਰ ਹੈ। ਇਹ ਸੁਣ ਕੇ ਉਹਦੇ ਕੰਨ ਖੜੇ ਹੋ ਗਏ, ਕਿਉਂਕਿ ਹਰ ਜਗ੍ਹਾ 'ਤੇ ਗੁਰੂ ਸਾਹਿਬ ਨੂੰ ਢੂੰਡ ਰਹੇ ਸਨ। ਉਸੇ ਵਕਤ ਸਿਪਾਹੀ ਲੈ ਕੇ ਆਇਆ, ਗੁਰੂ ਸਾਹਿਬ ਨੂੰ ਬਾਗ ਵਿੱਚੋਂ ਕੈਦ ਕੀਤਾ, ਆਗਰੇ ਰੱਖਿਆ। ਔਰੰਗਜ਼ੇਬ ਦੀ ਫੌਜ ਆਈ, ਗੁਰੂ ਸਾਹਿਬ ਨੂੰ ਦਿੱਲੀ ਲੈ ਕੇ ਗਏ। ਰਾਤ ਹਵੇਲੀ ਵਿੱਚ ਰੱਖਿਆ, ਜਿਹਦੇ 'ਚ ਪ੍ਰੇਤ ਰਹਿੰਦਾ ਸੀ। ਮਹਾਰਾਜ ਨੇ ਉਹ ਪ੍ਰੇਤ ਦਾ ਉਧਾਰ ਕੀਤਾ। ਔਰੰਗਜ਼ੇਬ ਨੇ ਆਪਣੇ ਅਹਿਲਕਾਰ ਭੇਜੇ, ਤਾੜਨਾ ਕੀਤੀ, ਇਸਲਾਮ ਕਬੂਲ ਕਰ ਲਓ ਜਾਂ ਕਰਾਮਾਤ ਵਿਖਾਓ। ਹਜ਼ੂਰ ਕਹਿੰਦੇ ਕਰਾਮਾਤ ਤਾਂ ਕਹਿਰ ਹੈ। ਬਾਬੇ ਰਾਮ ਰਾਏ ਨੇ ਕਰਾਮਾਤ ਵਿਖਾਈ, ਤੁਹਾਡੇ ਕੋਲ ਚੰਗਾ ਬਣ ਗਿਆ, ਪਰ ਉਹਨੇ ਪਾਪ ਸਿਰ ਲੈ ਲਿਆ। ਔਰੰਗਜ਼ੇਬ ਨੇ ਕਈ ਮਹਾਂਪੁਰਸ਼ ਇਸੇ ਗੱਲ ਕਰਕੇ ਗ੍ਰਿਫਤਾਰ ਕੀਤੇ ਸਨ ਕਿ ਕਰਾਮਾਤ ਵਿਖਾਓ। ਗੁਰੂ ਸਾਹਿਬ ਕਹਿੰਦੇ ਸਾਰਿਆਂ ਵਿੱਚ ਕਰਾਮਾਤ ਨਹੀਂ ਹੁੰਦੀ। ਔਰੰਗਜ਼ੇਬ ਨੇ ਉਹ ਕਤਲ ਕਰ ਦਿੱਤੇ। ਉਹਨਾਂ ਦਾ ਪਾਪ ਰਾਮ ਰਾਏ ਨੂੰ ਲੱਗਿਆ। ਜੇ ਰਾਮ ਰਾਏ ਕਰਾਮਾਤ ਨਾ ਵਿਖਾਉਂਦਾ ਤੇ ਤੂੰ ਇਹਨਾਂ ਮਹਾਂਪੁਰਸ਼ਾਂ ਕੋਲੋਂ ਵੀ ਕਰਾਮਾਤ ਨਾ ਵੇਖਦਾ। ਪਰ ਯਾਦ ਰੱਖੀ, ਅਸੀਂ ਕਰਾਮਾਤ ਨਹੀਂ ਵਿਖਾਉਣੀ, ਅਸੀਂ ਮੁਸਲਮਾਨ ਵੀ ਨਹੀਂ ਬਣਨਾ। ਤੇਰਾ ਧਰਮ ਤੈਨੂੰ ਮੁਬਾਰਕ, ਸਾਡਾ ਧਰਮ ਸਾਨੂੰ ਮੁਬਾਰਕ। ਹਜ਼ੂਰ ਜੀ ਕਹਿਣ ਲੱਗੇ, ਜੇ ਤੂੰ ਸਾਡੇ 'ਤੇ ਕਹਿਰ ਕਰੇਂਗਾ ਤੇ ਯਾਦ ਰੱਖੀ ਖੁਦਾ ਦੀ ਦਰਗਾਹ ਵਿੱਚ ਖੁਦਾ ਤੈਨੂੰ ਪੁੱਛੇਗਾ ਜ਼ਰੂਰ, ਜੇ ਤੂੰ ਸਾਡੇ 'ਤੇ ਕਹਿਰ ਕੀਤਾ। ਹਾਂ, ਜੇ ਕਰਾਮਾਤ ਵੇਖਣੀਆਂ, ਮੇਰਾ ਇਸ਼ਟ ਬੜਾ ਭਾਰੀ ਹੈ, ਤੂੰ ਸਾਡਾ ਸੀਸ ਧੜ ਦੇ ਨਾਲੋਂ ਜੁਦਾ ਕਰ, ਸਾਡਾ ਸੀਸ ਨਹੀਂ ਤੈਨੂੰ ਲੱਭੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਚਾਂਦਨੀ ਚੌਂਕ 'ਚ ਬੈਠੇ ਫਤਵਾ ਲਾ ਦਿੱਤਾ, ਇਹਨਾਂ ਦਾ ਸੀਸ ਧੜ ਤੋਂ ਜੁਦਾ ਕਰੋ। ਜਲਾਦ ਆਇਆ, ਗੁਰੂ ਸਾਹਿਬ ਨੇ ਇਸ਼ਨਾਨ ਕੀਤਾ, ਚੌਂਕੜਾ ਮਾਰ ਕੇ ਬਹਿ ਗਏ। ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕਰਕੇ ਜਦੋਂ ਸੀਸ ਨਵਾਇਆ, ਜਲਾਦ ਨੇ ਤਲਵਾਰ ਚਲਾਈ ਤੇ ਧੜ ਦੇ ਨਾਲੋਂ ਸੀਸ ਜੁਦਾ ਹੋ ਗਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਭਾਈ ਜੈਤਾ ਜੀ ਲੈ ਗਏ ਤੇ ਧੜ ਉੱਥੇ ਰਹਿ ਗਿਆ। ਇਸ ਦਿਨ ਤੋਂ ਬਾਅਦ ਔਰੰਗਜ਼ੇਬ ਦਾ ਪ੍ਰਤਾਪ ਘਟ ਗਿਆ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਹੋਈ, ਉਹਦੇ ਪ੍ਰਤਾਪ ਦੇ ਨਾਲ ਇਹਦੀਆਂ ਰਾਜ ਭਾਗ ਦੀਆਂ ਜੜ੍ਹਾਂ ਹਿੱਲ ਗਈਆਂ। ਜਿਹੜਾ ਰਾਜ ਦਿੱਤਾ ਸੀ ਗੁਰੂ ਨਾਨਕ ਸਾਹਿਬ ਨੇ, ਜ਼ੁਲਮ ਵੇਖ ਕੇ ਆਪਣਾ ਬਲੀਦਾਨ ਦੇ ਕੇ ਉਹ ਰਾਜ ਵਾਪਸ ਖੋਹ ਲਿਆ, ਜੜ੍ਹਾਂ ਪੋਲੀਆਂ ਕਰ ਦਿੱਤੀਆਂ। ਤੇ ਗੁਰਮੁਖੋ, ਉਸ ਦਿਨ ਤੋਂ ਬਾਅਦ ਔਰੰਗਜ਼ੇਬ ਦਿੱਲੀ ਵਿੱਚ ਨਹੀਂ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਉਹ ਦਿੱਲੀ ਛੱਡ ਕੇ ਚਲਾ ਗਿਆ ਸੀ। ਇਹਨਾਂ ਦੀ ਪਕੜ ਰਾਜ ਭਾਗ 'ਤੇ ਢਿੱਲੀ ਪੈ ਗਈ, ਮੱਠੀ ਪੈ ਗਈ। ਸੋ ਇਹ ਸਾਕਾਂ ਆਪਾਂ ਸਰਵਣ ਕੀਤਾ ਸੀ। ਆਓ ਅਗਲਾ ਪ੍ਰਕਰਨ ਪ੍ਰੇਮ ਨਾਲ ਸਰਵਣ ਕਰੀਏ। ਸਰਬੱਤ ਸੰਗਤਾਂ ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਪਿਆਰ ਸਹਿਤ ਜਪੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਵੇ ਦਸਵੇਂ ਪਾਤਸ਼ਾਹ ਸੋ ਵਧਿਓ ਤੁਰਕਨ ਵੈਰ। ਪ੍ਰਥਮੇ ਦੋ ਵੱਡੀਆਂ ਸ਼ਹਾਦਤਾਂ ਹੋਈਆਂ ਗੁਰੂ ਸਾਹਿਬਾਨਾਂ ਵਿੱਚੋਂ। ਪਹਿਲੀ ਸ਼ਹਾਦਤ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ।
ਜਿਹਨੇ ਸਿੱਖਾਂ ਦੇ ਹਿਰਦੇ ਬਲੂੰਦਰ ਦਿੱਤੇ। ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤਸੀਹੇ ਦੇਣ ਵਿੱਚ ਜਹਾਂਗੀਰ ਨੇ ਕਸਰ ਕੋਈ ਨਹੀਂ ਸੀ ਛੱਡੀ। ਗਰਮ ਰੇਤਾ ਪਾਉਣਾ, ਭੁੱਖੇ ਪਿਆਸੇ ਰੱਖਣਾ ਤੇ ਸਤਿਗੁਰੂ ਨੂੰ ਤੱਤੀ ਲੋਹ ਦੇ ਉੱਤੇ ਬਿਠਾਉਣਾ। ਉਸ ਤੋਂ ਬਾਅਦ ਜਾ ਕੇ ਠੰਡੇ ਜਲ ਦੇ ਵਿੱਚ, ਨਦੀ ਦੇ ਵਿੱਚ ਗੁਰੂ ਸਾਹਿਬ ਨੂੰ ਰੋੜਨ ਦਾ ਯਤਨ ਕਰਨਾ। ਵੀ ਸਰੀਰ ਤੇ ਜਦੋਂ ਫਲੂਏ ਹੋ ਗਏ ਗਰਮੀ ਦੇ ਨਾਲ, ਤੇ ਸੋਚਿਆ ਵੀ ਜਦੋਂ ਠੰਡੇ ਪਾਣੀ ਵਿੱਚ ਜਾਣਗੇ ਤੇ ਹੋਰ ਦੁੱਖ ਲੱਗੇਗਾ। ਉਹਨਾਂ ਨੇ ਆਪਣੇ ਵੱਲੋਂ ਕਸਰ ਨਹੀਂ ਛੱਡੀ। ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿਦਕ, ਉਹਨਾਂ ਦੀ ਨਿਮਰਤਾ ਤੇ ਉਹਨਾਂ ਦੀ ਭਗਤੀ ਬੰਦਗੀ, ਉਹਦੀ ਵੀ ਇੰਤਹਾ ਸੀ, ਉਹਦਾ ਅੰਤ ਕੋਈ ਨਹੀਂ ਸੀਗਾ। ਇੱਧਰ ਉਹਨਾਂ ਦੇ ਜ਼ੁਲਮ ਦਾ ਅੰਤ ਕੋਈ ਨਹੀਂ ਸੀ, ਉੱਧਰ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਨਿਮਰਤਾ ਤੇ ਭਗਤੀ, ਸਿਦਕ, ਭਰੋਸੇ ਦਾ ਅੰਤ ਕੋਈ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ, ਇੱਥੇ ਵੀ ਉਹਨਾਂ ਨੇ ਕੋਈ ਕਮੀ ਨਹੀਂ ਛੱਡੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਨੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹਿੰਦਿਆਂ ਆਪਣਾ ਹੱਠ ਨਹੀਂ ਛੱਡਿਆ। 2 ਗੁਰੂ ਸਾਹਿਬਾਨਾਂ ਦੀਆਂ ਸ਼ਹਾਦਤਾਂ ਹੋਈਆਂ, ਸਿੱਖਾਂ ਦੇ ਅੰਦਰ ਬੜੀ ਠੇਸ ਸੀ। ਇੱਕ ਸੂਲ ਦੇ ਵਾਂਗੂ ਹਰ ਵਕਤ ਉਹ ਸ਼ਹਾਦਤਾਂ ਉਬਲਦੀਆਂ ਰਹਿੰਦੀਆਂ ਸਨ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਤਖਤ ਉੱਪਰ ਬਿਰਾਜਮਾਨ ਹੋਏ ਤੇ ਤੁਰਕਾਂ ਦੇ ਨਾਲ ਸਤਿਗੁਰਾਂ ਦਾ ਹੋਰ ਵੈਰ ਜਿਹੜਾ ਉਹ ਵੱਧ ਗਿਆ ਹੈ। ਚੁਗਲੀ ਖਾਇਨ ਪਹਾੜੀਆਂ ਗਏ ਚੰਗਿਆੜੋ ਫੈਲ। ਜਿਹੜੇ ਪਹਾੜੀ ਸਨ ਉਹਨਾਂ ਨੇ ਚੁਗਲੀਆਂ ਔਰੰਗਜ਼ੇਬ ਕੋਲ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਹਾੜੀ ਰਾਜਪੂਤ ਰਾਜੇ, ਹਿੰਦੂ ਰਾਜੇ ਸਨ, ਉੱਥੇ ਰਾਜ ਕਰਦੇ ਸਨ ਤੇ ਅਨੰਦਪੁਰ ਸਾਹਿਬ ਮਹਾਰਾਜ ਰਹਿੰਦੇ ਸਨ। ਇਹ ਪਹਿਲੀ ਵਾਰੀ ਗੁਰੂ ਸਾਹਿਬ ਦੇ ਕੋਲ ਵੀ ਆਏ। ਜਿਹੜੇ ਤਵੈ ਪ੍ਰਸਾਦ ਸਵਈਏ ਆਪਾਂ ਪੜ੍ਹਦੇ ਹਾਂ, ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਰਿਓ ਕਰ ਜੋਗ ਜਤੀ ਕੇ, ਇਹ 10ਵੇਂ ਪਾਤਸ਼ਾਹ ਨੇ ਉਹਨਾਂ ਦੇ ਪ੍ਰਤੀ ਉਚਾਰਨ ਕੀਤੇ ਸਨ, ਪਹਾੜੀ ਰਾਜਿਆਂ ਦੇ ਪ੍ਰਤੀ। ਉਹ ਕਹਿੰਦੇ ਸਨ ਵੀ ਤੁਸੀਂ ਸਾਡੇ ਇਲਾਕੇ ਵਿੱਚ ਰਹਿੰਦੇ ਹੋ, ਟੈਕਸ ਸਾਨੂੰ ਦਿਓ। ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਰਾਜ, ਇਹ ਨਗਰ ਸਾਡਾ ਹੈ। ਸਾਡੇ ਪਿਤਾ ਜੀ ਨੇ ਤੁਹਾਡੇ ਬਜ਼ੁਰਗਾਂ ਕੋਲੋਂ, ਦਲੀਪ ਚੰਦ ਕੋਲੋਂ ਖਰੀਦਿਆ, ਅਸੀਂ ਪੈਸੇ ਦਿੱਤੇ, ਇਹਦਾ ਨਾਮ ਦਾ ਪਟਾ ਬਕਾਇਦਾ ਸਾਡੇ ਨਾਮ ਤੇ ਹੈ। ਇਸ ਕਰਕੇ ਇਹ ਸਾਡਾ ਆਪਣਾ ਨਗਰ ਹੈ, ਅਸੀਂ ਤੁਹਾਡੇ ਨਗਰ ਵਿੱਚ ਨਹੀਂ ਰਹਿੰਦੇ ਤੇ ਤੁਹਾਨੂੰ ਟੈਕਸ ਵੀ ਨਹੀਂ ਦੇਣਾ। ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਦਿਨੋਂ ਦਿਨ ਵਧਣ ਲੱਗਾ। ਉਹਦਾ ਸਭ ਤੋਂ ਵੱਡਾ ਕਾਰਨ ਸੀ ਸਿੱਖਾਂ ਦਾ ਸ਼ਸਤਰਧਾਰੀ ਹੋਣਾ। ਕਿਉਂਕਿ ਪਹਿਲਾਂ ਜਦੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਸਨ, ਜਦੋਂ ਉਹ ਪਹਾੜਾਂ ਦੀ ਦੂਣ ਦੇ ਵਿੱਚੋਂ ਲੰਘਣਾ ਉਹਨਾਂ ਨੇ, ਤੇ ਪਹਾੜੀਆਂ ਨੇ ਲੁੱਟ ਲੈਣਾ। ਜਦੋਂ ਲੰਘਣਾ ਉਹਨਾਂ ਨੇ ਲੁੱਟ ਲੈਣਾ। ਕੋਈ ਕੀਮਤੀ ਵਸਤੂ, ਕੋਈ ਦਸ਼ਾਲੇ, ਮਾਇਆ ਆਦਿ ਕੋ ਜੋ ਕੁਝ ਵੀ ਲੈ ਕੇ ਆਉਂਦੇ ਸਨ ਉਹ ਖੋਏ ਜਾਂਦੇ ਸਨ। ਸਿੱਖਾਂ ਨੇ ਆ ਕੇ ਅਰਦਾਸ ਕਰਨੀ, ਮਹਾਰਾਜ ਵੀ ਅਸੀਂ ਇੱਥੇ ਆਉਂਦੇ ਹਾਂ ਇੰਨੀ ਦੂਰੋਂ ਚੱਲ ਕੇ, ਇਹ ਸਾਨੂੰ ਲੁੱਟ ਲੈਂਦੇ ਰਾਹ ਵਿੱਚ। ਮਹਾਰਾਜ ਕਹਿੰਦੇ ਸ਼ਸਤਰਧਾਰੀ ਹੋਵੋ, ਮੁਕਾਬਲਾ ਕਰੋ ਉਹਨਾਂ ਦਾ। ਜੋ ਤੁਹਾਡੇ ਤੇ ਹਮਲਾ ਕਰਨਗੇ 2-4 ਝਟਕਾ ਦਿਓ, ਮੁੜ ਕੇ ਤੁਹਾਡੇ ਨੇੜੇ ਨਹੀਂ ਆਉਣਗੇ। ਸਿੱਖਾਂ ਨੇ ਮਹਾਰਾਜ ਦਾ ਹੁਕਮ ਮੰਨਿਆ, ਉਹ ਸ਼ਸਤਰਧਾਰੀ ਹੋ ਗਏ। ਜਦੋਂ ਵੀ ਪਹਾੜਾਂ ਦੀਆਂ ਦੂਣਾਂ ਵਿੱਚੋਂ ਲੰਘਣਾ ਤੇ ਪਹਾੜੀਆਂ ਨੇ ਹਮਲਾ ਕਰ ਦੇਣਾ ਸਿੱਖਾਂ ਤੇ। ਅੱਗੋਂ ਸਿੱਖ ਵੀ ਸ਼ਸਤਰਧਾਰੀ ਸਨ। ਵੈਸੇ ਤਾਂ 6ਵੇਂ ਪਾਤਸ਼ਾਹ ਤੋਂ ਇਹ ਵਰਤਾਰਾ ਚੱਲਦਾ ਸੀ, ਪਰ 4 ਜੰਗਾਂ ਹੋਣ ਤੋਂ ਬਾਅਦ ਕੁਝ ਕੁ ਸਮਾਂ ਸ਼ਾਂਤੀ ਵੀ ਰਹੀ। ਗੁਰੂ ਹਰਿਰਾਏ ਸਾਹਿਬ ਜੀ ਨੇ ਜੰਗ ਨਹੀਂ ਕੀਤਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ 9ਵੇਂ ਪਾਤਸ਼ਾਹ ਸ਼ਾਂਤੀ ਸਰੂਪ ਦੇ ਵਿੱਚ ਰਹੇ। ਸਿੱਖਾਂ ਨੂੰ ਦੁਬਾਰਾ 10ਵੇਂ ਪਾਤਸ਼ਾਹ ਨੇ ਸ਼ਸਤਰ ਧਾਰਨ ਕਰਨ ਦਾ ਉਪਦੇਸ਼ ਦਿੱਤਾ। ਹੁਣ ਜਦੋਂ ਪਹਾੜਾਂ ਦੀਆਂ ਦੂਣਾਂ ਵਿੱਚ ਲੜਾਈ ਹੁੰਦੀ ਹੈ ਤੇ ਪਹਾੜੀਏ ਉੱਥੇ ਆ ਕੇ ਖਤਾ ਖਾ ਕੇ ਜਾਂਦੇ ਨੇ। ਸਿੱਖਾਂ ਨੇ ਆਖਿਆ, ਮਹਾਰਾਜ ਬੜੀ ਤੁਹਾਡੀ ਕਿਰਪਾ ਹੋ ਗਈ ਹੈ, ਅੱਗੇ ਤਾਂ ਲੁੱਟੇ ਜਾਂਦੇ ਸਾਂ ਪਰ ਹੁਣ ਕਿਸੇ ਦੀ ਹਿੰਮਤ ਨਹੀਂ। ਹੌਲੀ ਹੌਲੀ ਪਹਾੜੀ ਜਿਹੜੇ ਸਨ ਇਸ ਗੱਲ ਤੋਂ ਈਰਖਾ ਕਰਨ ਲੱਗ ਗਏ। ਮਹਾਰਾਜ ਦਾ ਤੇਜ ਪ੍ਰਤਾਪ ਵਧਣ ਲੱਗ ਪਿਆ। ਰਣਜੀਤ ਨਗਾਰੇ ਤੇ ਚੋਟਾਂ ਮਰਵਾਈਆਂ ਗੁਰੂ ਸਾਹਿਬ ਨੇ ਤੇ ਕਲਗੀ ਸਜਾਈ, ਤਖਤ ਉੱਪਰ ਬਿਰਾਜਮਾਨ ਹੋਏ। ਜਦੋਂ ਤੇਜ ਪ੍ਰਤਾਪ ਵਧਿਆ ਤੇ ਪਹਾੜੀਆਂ ਨੇ ਜਾ ਕੇ ਔਰੰਗਜ਼ੇਬ ਦੇ ਕੋਲ ਚੁਗਲੀ ਕਰ ਦਿੱਤੀ ਹੈ। ਕਾਜੀ ਮੁਗਲ ਤੁਰਕ ਸਿਖਾਏ। ਇੱਕ ਹੋਰ ਵੀ ਬਹੁਤ ਵੱਡਾ ਕਾਰਨ ਸੀਗਾ। ਰਾਜਾ ਰਤਨ ਰਾਏ ਮਹਾਰਾਜ ਕੋਲ ਆਇਆ। ਉਹਨੇ ਇੱਕ ਪ੍ਰਸਾਦੀ ਹਾਥੀ, ਗੁਰੂ ਸਾਹਿਬ ਜੀ ਨੂੰ 5 ਕਲਾ ਸ਼ਸਤਰ ਤੇ ਇੱਕ ਬੜਾ ਸੋਹਣਾ ਤੰਬੂ ਜਿਹੜਾ ਉਹ ਭੇਟ ਕੀਤਾ ਸੀਗਾ। ਜਦੋਂ ਸਾਮ ਗਏ ਸਨ ਤੇ ਰਾਜਾ ਰਤਨ ਰਾਏ ਦਾ ਪਿਤਾ ਰਾਜਾ ਰਾਮ ਉਹਨੂੰ ਵਰ ਦਿੱਤਾ ਸੀ 10ਵੇਂ ਪਾਤਸ਼ਾਹ ਨੇ, ਮਾਫ ਕਰਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਉਹਨੇ ਆਖਿਆ, ਮਹਾਰਾਜ ਸੰਤਾਨ ਨਹੀਂ,
ਤੇ ਉਹਦੇ ਪੱਟ ਤੇ ਮੋਹਰ ਲਾਈ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ, ਤੇਰੇ ਘਰ ਵਿੱਚ ਸੁਪੁੱਤਰ ਹੋਵੇਗਾ, ਸਾਡਾ ਸਿੱਖ ਹੋਵੇਗਾ, ਕੇਸ ਕਤਲ ਨਾ ਕਰਾਈ ਉਹਦੇ। ਰਾਜਾ ਰਤਨ ਰਾਏ ਵੱਡਾ ਹੋਇਆ ਤੇ ਸ਼ੀਸ਼ੇ ਦੇ ਮੂਹਰੇ ਖਲੋ ਕੇ ਇੱਕ ਦਿਨ ਕੇਸ ਵੇਖਦਾ ਸੀ, ਉੱਥੇ ਮੋਹਰ ਦਾ ਨਿਸ਼ਾਨ ਸੀਗਾ ਜਿਹੜਾ ਇਤਿਹਾਸ ਵਿੱਚ ਬਚਨ ਆਉਂਦਾ। ਤੇ ਜਦੋਂ ਨਿਸ਼ਾਨ ਵੇਖਿਆ ਤੇ ਮਾਂ ਨੂੰ ਪੁੱਛਦਾ, ਮਾਤਾ ਆਹ ਕੀ ਹੈ? ਤੇ ਮਾਂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨਾਂ ਨਾਲ ਤੇਰਾ ਜਨਮ ਹੋਇਆ, ਤੂੰ ਉਹਨਾਂ ਦਾ ਸਿੱਖ ਹੈ। ਤੇ ਫਿਰ ਉਹ 10ਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ ਅਨੰਦਪੁਰ ਸਾਹਿਬ। ਉਦੋਂ ਭੇਟਾਵਾਂ ਲੈ ਕੇ ਆਇਆ ਤੇ ਪ੍ਰਸ਼ਾਦੀ ਹਾਥੀ 5 ਕਲਾ ਸ਼ਸਤਰ ਵੇਖ ਕੇ ਪਹਾੜੀਏ ਬੇਈਮਾਨ ਹੋ ਗਏ। ਉਹ ਕਹਿੰਦੇ ਵੀ ਸਾਨੂੰ ਦੇ ਦਿਓ। ਗੁਰੂ ਸਾਹਿਬ ਕਹਿੰਦੇ, ਭਲਿਓ ਵੀ ਇਹ ਗੁਰਸਿੱਖਾਂ ਨੇ ਪ੍ਰੇਮ ਨਾਲ ਭੇਟਾਵਾਂ ਦਿੱਤੀਆਂ, ਤੁਹਾਨੂੰ ਕਿਵੇਂ ਦੇ ਦਈਏ? ਕਹਿੰਦੇ ਜੀ ਕਿਰਾਇਆ ਲੈ ਲਓ। ਹੁਣ ਇਹ ਗੱਲ ਕਦੋਂ ਵਰਤੀ? ਜਦੋਂ ਰਾਜੇ ਭੀਮ ਚੰਦ ਦੇ ਮੁੰਡੇ ਦਾ ਵਿਆਹ ਸੀਗਾ। ਉਹ ਆਖਣ ਲੱਗਾ ਵੀ ਇਸ ਵਿਆਹ ਤੋਂ ਬਾਅਦ ਤੁਹਾਨੂੰ ਵਾਪਸ ਕਰ ਦਿਆਂਗੇ। ਮਹਾਰਾਜ ਕਹਿੰਦੇ ਸਾਨੂੰ ਤੁਹਾਡਾ ਪਤਾ ਹੈ। ਹੁਣ ਉਹ ਗੁਰੂ ਘਰ ਦੇ ਨਾਲ ਚਲਾਕੀਆਂ ਖੇਡਦੇ ਸਨ। ਦੇਖੋ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਇੱਥੇ ਸੇਵਾ ਕਰਕੇ ਭਾਵੇਂ ਕੋਈ ਰਾਜ ਲੈ ਜਾਏ, ਗੁਰੂ ਸਾਹਿਬ ਉਹਨੂੰ ਕੁਝ ਨਹੀਂ ਕਹਿੰਦੇ। ਰਾਜ ਲੈ ਜਾ ਭਾਈ, ਕੋਈ ਗੱਲ ਨਹੀਂ, ਪਦਾਰਥ ਚਾਹੀਦੇ ਨੇ ਲੈ ਜਾ, ਜੋ ਤੈਨੂੰ ਚੰਗਾ ਲੱਗਦਾ ਤੂੰ ਲੈ ਜਾ ਇੱਥੋਂ। ਪੈਂਦੇ ਖਾਂ ਸੇਵਾ ਕਰਦਾ ਸੀ ਨਾ, ਚੰਗਾ ਘੋੜਾ, ਚੰਗਾ ਸ਼ਸਤਰ, ਚੰਗੇ ਵਸਤਰ ਉਹਨੂੰ ਮਹਾਰਾਜ ਪ੍ਰੇਮ ਨਾਲ ਦਿੰਦੇ ਸਨ। ਪਹਾੜੀਏ ਅੜੀ ਤੇ ਆ ਗਏ। ਜਦੋਂ ਬਾਜ ਖੋਇਆ ਨਾ, ਪਹਿਲਾ ਜੰਗ ਬਾਜ ਖੋਹਣ ਦੇ ਚੱਕਰ ਵਿੱਚ ਹੋਇਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ। ਜਦੋਂ ਬਾਜ ਸਿੱਖਾਂ ਨੇ ਖੋਹ ਲਿਆ, ਹੁਣ ਉੱਥੇ ਗੱਲ ਅੜੀ ਦੀ ਆ ਗਈ, ਗੱਲ ਅਣਖ ਦੀ ਆ ਗਈ, ਜੰਗ ਹੋ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਵੀ ਨਹੀਂ, ਤੁਸੀਂ ਬੇਈਮਾਨ ਲੋਕ ਹੋ, ਮੈਂ ਤੁਹਾਡੇ ਤੇ ਵਿਸ਼ਵਾਸ ਹੀ ਨਹੀਂ ਕਰਦਾ। ਤੇ ਜਦੋਂ ਪੌਂਟਾ ਸਾਹਿਬ ਭੰਗਾਣੀ ਦਾ ਜੰਗ ਹੋਇਆ ਨਾ, ਉੱਥੋਂ ਜਦੋਂ ਇਹ ਬਰਾਤ ਲੈ ਕੇ ਨਿਕਲਣ ਲੱਗਾ ਆਪਣੇ ਪੁੱਤਰ ਦੀ, ਤੇ ਸਤਿਗੁਰਾਂ ਨੇ ਮੋਰਚਾ ਲਵਾ ਦਿੱਤਾ ਵੀ ਲੰਘਣਾ ਨਹੀਂ ਚਾਹੀਦਾ ਇੱਥੋਂ। ਕਈ ਦਿਨ ਉਹ ਬੈਠਾ ਰਿਹਾ, ਬੜਾ ਡਰਾਇਆ ਧਮਕਾਇਆ ਉਹਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ, ਨਹੀਂ ਨਹੀਂ ਜਾ ਸਕਦਾ, ਕਿਤੋਂ ਹੋਰ ਲੰਘ ਜਾ, ਪਰ ਤੂੰ ਇੱਥੋਂ ਨਹੀਂ ਨਿਕਲ ਸਕਦਾ। ਫਿਰ ਉਹਦਾ ਪੁੱਤਰ, ਕੁਝ ਮੋਹਦਵਾਰ ਸੱਜਣ ਆਏ, ਕਿਉਂਕਿ ਉਹ ਕਹਿੰਦਾ ਵੀ ਮਹੂਰਤ ਨਿਕਲਦਾ ਜਾਂਦਾ ਵੀ ਬਰਾਤ ਲੈ ਕੇ ਜਾਣੀ, ਉੱਥੇ ਪਹੁੰਚਣਾ। ਇਹ ਰਸਤਾ ਨੇੜਿਓਂ ਪੈਂਦਾ ਸੀ ਵਿੱਚੋਂ ਦੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਅਰਦਾਸ ਕੀਤੀ। ਹਜ਼ੂਰ ਕਹਿੰਦੇ ਰਾਜੇ ਭੀਮ ਚੰਦ ਦਾ ਪੁੱਤਰ ਜਾਏ ਤੇ ਕੁਝ ਕੁ ਮੋਹਦਵਾਰ ਹੋਰ ਨਾਲ ਉਹਨਾਂ ਦੇ ਚਲੇ ਜਾਣ, ਪਰ ਰਾਜਾ ਭੀਮ ਚੰਦ ਇੱਥੋਂ ਨਹੀਂ ਲੰਘੇਗਾ। ਮਹਾਰਾਜ ਨੇ ਲੰਘਣ ਨਹੀਂ ਦਿੱਤਾ ਰਾਜਾ ਭੀਮ ਚੰਦ। ਉਹਦਾ ਪੁੱਤਰ ਤੇ ਕੁਝ ਕੁ ਮੋਹਦਵਾਰ ਸੱਜਣ ਚਲੇ ਗਏ। ਇਹ ਫੌਜਾਂ ਲੈ ਕੇ ਉੱਪਰੋਂ ਦੀ ਪਹੁੰਚਿਆ। ਤੇ ਸਾਧ ਸੰਗਤ ਜਿਹੜਾ ਰਾਜਾ ਫਤਿਹ ਸ਼ਾਹ ਸੀਗਾ, ਉਹ ਵੀ ਮਹਾਰਾਜ ਦਾ ਸ਼ਰਧਾਲੂ ਸੀਗਾ। ਤੇ ਰਾਜੇ ਫਤਿਹ ਸ਼ਾਹ ਨੇ ਗੁਰੂ ਸਾਹਿਬ ਨੂੰ ਵੀ ਬੁਲਾਇਆ ਸੀ, ਕਿਉਂਕਿ ਉਹਦੀ ਬੇਟੀ ਸੀ ਜਿਹਦੇ ਨਾਲ ਰਾਜੇ ਭੀਮ ਚੰਦ ਦੇ ਪੁੱਤਰ ਦਾ ਵਿਆਹ ਹੋਣਾ ਸੀ। ਤੇ ਸਾਧ ਸੰਗਤ ਜੀ, ਜਦੋਂ ਗੁਰੂ ਸਾਹਿਬ ਨੇ ਤੰਬੋਲ ਭੇਜਿਆ, ਉੱਥੇ ਭਾਈ ਨੰਦ ਲਾਲ ਜੀ, ਭਾਈ ਨੰਦ ਚੰਦ, ਦੋ ਸਿੱਖ ਹੋਏ ਨੇ ਗੁਰਮੁਖੋ, ਇੱਕ ਭਾਈ ਨੰਦ ਚੰਦ, ਇੱਕ ਭਾਈ ਨੰਦ ਲਾਲ। ਭਾਈ ਨੰਦ ਲਾਲ ਕਵੀ ਸਨ ਗੁਰੂ ਸਾਹਿਬ ਦੇ, ਤੇ ਭਾਈ ਨੰਦ ਚੰਦ ਵੀ ਦੀਵਾਨ ਰਿਹਾ ਸਤਿਗੁਰਾਂ ਦਾ ਪਹਿਲਾਂ। ਭਾਈ ਨੰਦ ਚੰਦ ਦੇ ਕੁਝ ਸਿੱਖਾਂ ਨੂੰ ਲੈ ਕੇ ਤੰਬੋਲ ਲੈ ਕੇ ਗਏ। 2 ਲੱਖ ਦਾ ਤੰਬੋਲ ਸੀ। ਤੇ ਜਦੋਂ ਤੰਬੋਲ ਸੁਣਾਇਆ ਗਿਆ ਨਾ ਉੱਥੇ ਵੀ 10ਵੇਂ ਪਾਤਸ਼ਾਹ ਨੇ ਆਹ ਪਦਾਰਥ ਭੇਜੇ, ਇੰਨੇ ਦਾ ਤੰਬੋਲ, ਰਾਜਾ ਭੀਮ ਚੰਦ ਸੜ ਬਲ ਗਿਆ, ਖੜ ਕੇ ਉਸੇ ਟਾਈਮ ਖੜਾ ਹੋ ਗਿਆ। ਆਖਣ ਲੱਗਾ ਕਿ ਫਤਿਹ ਸ਼ਾਹ, ਜਾਂ ਤਾਂ ਇਹ ਤੰਬੋਲ ਵਾਪਸ ਮੋੜ ਦੇ, ਨਹੀਂ ਤਾਂ ਮੈਂ ਤੇਰੀ ਬੇਟੀ ਦੀ ਡੋਲੀ ਲੈ ਕੇ ਨਹੀਂ ਜਾਵਾਂਗਾ ਇੱਥੋਂ। ਸਾਧ ਸੰਗਤ ਜੀ, ਭਾਈ ਨੰਦ ਚੰਦ ਸਮਝ ਗਏ ਵੀ ਮਸਲਾ ਇੱਥੇ ਥੋੜਾ ਖਰਾਬ ਲੱਗਦਾ। ਉਹ ਆਖਣ ਲੱਗੇ, ਠੀਕ ਹੈ ਤੁਹਾਡੀ ਮਰਜ਼ੀ, ਤੁਸੀਂ ਨਹੀਂ ਤੰਬੋਲ ਲੈਣਾ, ਕਿਉਂਕਿ ਤੰਬੋਲ ਗੁਰੂ ਸਾਹਿਬ ਦਾ ਸਭ ਤੋਂ ਵੱਡਾ ਸੀ। ਉਹਨੇ ਆਖਿਆ ਵੀ ਇਹ ਤਾਂ ਮੇਰੇ ਦੁਸ਼ਮਣ ਨੇ, ਇਹਨਾਂ ਦਾ ਤੰਬੋਲ ਮੈਂ ਕਿਵੇਂ ਇੱਥੇ ਕਬੂਲ ਕਰ ਸਕਦਾ ਹਾਂ। ਤੇ ਭਾਈ ਨੰਦ ਚੰਦ ਉਹ ਸਾਰੇ ਪਦਾਰਥ ਲੈ ਕੇ ਉੱਥੋਂ ਚੱਲ ਪਏ। ਤੇ ਰਾਜੇ ਭੀਮ ਚੰਦ ਨੇ ਮਗਰ ਫੌਜਾਂ ਲਾ ਦਿੱਤੀਆਂ ਵੀ ਖੋਹ ਲਓ ਸਾਰਾ ਕੁਝ। ਉੱਥੇ ਸਿੱਖਾਂ ਦਾ ਤੇ ਆਪਸ ਵਿੱਚ ਪਹਾੜੀਆਂ ਦਾ ਉੱਥੇ ਆਪਸ ਵਿੱਚ ਯੁੱਧ ਹੋਇਆ। ਭਾਈ ਨੰਦ ਚੰਦ ਇੱਥੋਂ ਨਿਕਲ ਗਏ। ਤੇ ਭੀਮ ਚੰਦ ਕਹਿਣ ਲੱਗਾ ਰਾਜੇ ਫਤਿਹ ਸ਼ਾਹ ਨੂੰ, ਜੇ ਆਪਣਾ ਭਲਾ ਚਾਹੁੰਦਾ, ਜੇ ਚਾਹੁੰਦਾ ਵੀ ਮੈਂ ਤੇਰੀ ਬੇਟੀ ਦੀ ਡੋਲੀ ਤੇਰੇ ਘਰ ਤੋਂ ਲੈ ਕੇ ਜਾਵਾਂ, ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਜੰਗ ਕਰ। ਉੱਥੇ ਫਿਰ 10ਵੇਂ ਪਾਤਸ਼ਾਹ ਬਾਣੀ ਵਿੱਚ ਲਿਖਦੇ ਬਚਿੱਤਰ ਨਾਟਕ ਵਿੱਚ, ਫਤਿਹ ਸ਼ਾਹ ਕੋਪਾ ਤਬ ਰਾਜਾ, ਲੋ ਪਰਾ ਹਮ ਸਿਉ ਬਿਨ ਕਾਜਾ। ਸਾਡੀ ਕੋਈ ਦੁਸ਼ਮਣੀ ਥੋੜਾ ਸੀ ਰਾਜੇ ਫਤਿਹ ਸ਼ਾਹ ਦੇ ਨਾਲ, ਉਹ ਬਿਨਾਂ ਕਿਸੇ ਕਾਰਨ ਤੋਂ ਹੀ ਸਾਡੇ ਨਾਲ ਜੰਗ ਕਰਨ ਵਾਸਤੇ ਆ ਗਿਆ, ਕਿਉਂਕਿ ਭੇਜਿਆ ਭੀਮ ਚੰਦ ਨੇ ਸੀ ਵੀ ਜਾ ਕੇ ਜੰਗ ਕਰਕੇ ਆ।
ਤੇ ਫਿਰ ਸਤਿਗੁਰਾਂ ਨੂੰ ਪਤਾ ਲੱਗਿਆ ਵੀ ਫੌਜਾਂ ਆ ਗਈਆਂ ਨੇ। ਫਿਰ ਜਿੱਥੇ ਗੁਰਦੁਆਰਾ ਭੰਗਾਣੀ ਸਾਹਿਬ ਬਣਿਆ, ਇਹ ਜਗ੍ਹਾ ਚੁਣੀ ਮਹਾਰਾਜ ਦਸਵੇਂ ਪਾਤਸ਼ਾਹ ਨੇ ਵੀ ਨਗਰ ਵਿੱਚ ਨਹੀਂ, ਨਗਰ ਤੋਂ ਬਾਹਰ ਫੌਜਾਂ ਨੇ ਉੱਥੇ ਰੋਕ ਲਿਆ ਸਿੱਖਾਂ ਨੇ, ਤੇ ਉੱਥੇ ਜੰਗ ਹੋਇਆ ਰਾਜੇ ਫਤਿਹ ਸ਼ਾਹ ਦੇ ਨਾਲ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪਹਿਲਾ ਭੰਗਾਣੀ ਦਾ ਯੁੱਧ ਹੋਇਆ। ਸੋ ਇਸ ਕਰਕੇ ਰਾਜਾ ਭੀਮ ਚੰਦ ਖਾਰ ਖਾਂਦਾ ਸੀ ਇਹਨਾਂ ਗੱਲਾਂ ਕਰਕੇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਬੜੇ ਕੌਤਕ ਹੋਏ। ਇਹੋ ਜਿਹੀਆਂ ਬੜੀਆਂ ਘਟਨਾਵਾਂ ਹੋਈਆਂ। ਪਹਾੜੀਆਂ ਦੇ ਨਾਲ ਗੁਰੂ ਸਾਹਿਬ ਦੇ ਜੰਗ ਹੋਏ। ਹਾਰ ਕੇ ਜਦੋਂ ਉਹਨਾਂ ਨੇ ਵੇਖਿਆ ਵੀ ਸਾਡਾ ਵੱਸ ਨਹੀਂ ਚੱਲਦਾ, ਉਹ ਦਸਵੇਂ ਪਾਤਸ਼ਾਹ ਜੀ ਦੇ ਖਿਲਾਫ ਜਾ ਕੇ ਦਿੱਲੀ ਦਰਬਾਰ ਵਿੱਚ ਸ਼ਿਕਾਇਤਾਂ ਕਰਨ ਲੱਗੇ ਹਨ। ਤੇ ਜਿਹੜੇ ਕਾਜੀ ਮੁਲਾਣੇ ਸਨ ਉਹਨਾਂ ਨੂੰ ਵੀ ਮੌਕਾ ਮਿਲ ਗਿਆ, ਤੇ ਉਹਨਾਂ ਨੇ ਵੀ ਜਾ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਖਿਲਾਫ ਤੁਰਕ ਔਰੰਗਜ਼ੇਬ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਕਰਾਰ ਬਾਬਰ ਕਹਿ ਦੇ ਬੁਲਾਏ। ਬਾਬਰ ਨੇ ਜਿਹੜੇ ਕਰਾਰ ਕੀਤੇ ਸਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ, ਅਸੀਂ ਜ਼ੁਲਮ ਨਹੀਂ ਕਰਾਂਗੇ ਤੇ ਗੁਰੂ ਘਰ ਦਾ ਸਤਿਕਾਰ ਕਰਾਂਗੇ ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਨਿਭ ਕੇ ਰਵਾਂਗੇ। ਅੱਜ ਔਰੰਗਜ਼ੇਬ ਤੇ ਬਾਬਰ ਦੀ ਜਿਹੜੀ ਸੰਤਾਨ ਸੀ, ਉਹਨਾਂ ਨੇ ਆਪਣੇ ਕੀਤੇ ਹੋਏ ਕਰਾਰ ਜਿਹੜੇ ਭੁਲਾ ਦਿੱਤੇ ਹਨ। ਹਿੰਦੂਨ ਹਿੰਦ ਕਬ ਤਈ ਕਹਾਵੈ। ਉਹ ਸਿੱਧਾ ਕਹਿਣ ਲੱਗ ਪਏ ਸਾਨੂੰ ਉਹਨਾਂ ਨੇ ਕਿੱਥੇ ਰਾਜ ਦਿੱਤਾ ਹੈ। ਪਹਿਲਾਂ ਤਾਂ ਉਹ ਕਹਿੰਦੇ ਰਹੇ ਨਾ ਵੀ ਇਹ ਰਾਜ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ। ਹਮਾਯੂ ਨੂੰ ਰਾਜ ਗੁਰੂ ਅੰਗਦ ਦੇਵ ਸਾਹਿਬ ਨੇ ਦਿੱਤਾ। ਜਦੋਂ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਗਿਆ ਨਾ, ਤੇ ਸਤਿਗੁਰੂ ਜੀ ਖਡੂਰ ਸਾਹਿਬ ਸਨ, ਉੱਥੇ ਆ ਗਿਆ ਤੇ ਮੱਲ ਅਖਾੜਾ ਸਾਹਿਬ ਬੱਚਿਆਂ ਨਾਲ ਕੁਸ਼ਤੀ ਕਰਾਉਂਦੇ ਸਨ ਸਤਿਗੁਰੂ ਹਰ ਰੋਜ਼ ਬੱਚਿਆਂ ਦੀ ਆਪਸ ਵਿੱਚ। ਤੇ ਉੱਥੇ ਆ ਕੇ ਖਲੋ ਗਿਆ ਵੀ ਮੇਰਾ ਸਤਿਕਾਰ ਕਰਨਗੇ। ਗੁਰੂ ਸਾਹਿਬ ਜੀ ਨੇ ਉਹਦੇ ਵੱਲ ਵੇਖਿਆ ਤੱਕ ਨਹੀਂ, ਤੇ ਉਹਨੇ ਵੇਖਿਆ ਵੀ ਨਾ ਮੇਰਾ ਮਾਣ ਸਤਿਕਾਰ ਨਹੀਂ ਕੀਤਾ, ਤੇ ਤਲਵਾਰ ਨੂੰ ਹੱਥ ਪਾ ਲਿਆ ਵੀ ਇਹਨਾਂ ਦਾ ਸੀਸ ਲਾ ਦਿਆਂਗਾ। ਤੇ ਜਦੋਂ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ ਤੇ ਗੁਰੂ ਅੰਗਦ ਦੇਵ ਸਾਹਿਬ ਨੇ ਨਿਗਾਹ ਕੀਤੀ ਤੇ ਉਹ ਉੱਥੇ ਹੀ ਜੰਮ ਗਿਆ ਹੱਥ ਉਹਦਾ, ਤੇ ਤਲਵਾਰ ਨਹੀਂ ਨਿਕਲੀ ਤੇ ਹਿਲਾ ਨਹੀਂ ਸਕਿਆ। ਗੁਰੂ ਸਾਹਿਬ ਕਹਿੰਦੇ ਭਲਿਆ ਮਾਨਸਾ, ਜਿੱਥੇ ਤਲਵਾਰ ਕੱਢਣੀ ਸੀ ਉੱਥੇ ਤਾਂ ਤਲਵਾਰ ਤੇਰੀ ਨੂੰ ਜੰਗਾਲ ਲੱਗ ਗਿਆ ਸੀ, ਇੱਥੇ ਆ ਕੇ ਸਾਧੂਆਂ ਤੇ ਫਕੀਰਾਂ ਤੇ ਤਲਵਾਰ ਕੱਢਦਾ। ਕਹਿੰਦਾ ਮਹਾਰਾਜ ਗਲਤੀ ਹੋ ਗਈ। ਅੰਦਰ ਦਾ ਗਰੂਰ ਤੇ ਅਭਿਮਾਨ ਲੈ ਕੇ ਬਹਿ ਗਿਆ। ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਰਾਜ ਦਿੱਤਾ ਸੀ, ਰਾਜ ਤੈਨੂੰ ਹੁਣੇ ਦੇ ਦਿੰਦੇ ਜੇ ਸਾਡੇ ਤੇ ਤਲਵਾਰ ਕੱਢਣ ਦਾ ਯਤਨ ਨਾ ਕਰਦਾ। ਜਾਂ ਤੈਨੂੰ ਰਾਜ ਜ਼ਰੂਰ ਮਿਲੇਗਾ, ਪਰ ਕੁਝ ਸਮਾਂ ਪਾ ਕੇ ਮਿਲੇਗਾ। ਬਾਅਦ ਵਿੱਚ ਹਮਾਯੂ ਨੂੰ ਰਾਜ ਮਿਲਿਆ। ਅਕਬਰ ਤਖਤ ਤੇ ਬੈਠਾ। ਜਹਾਂਗੀਰ ਵਰਗਿਆਂ ਨੇ ਭੁਲਾ ਦਿੱਤਾ, ਸ਼ਾਹਜਹਾਨ ਤੇ ਔਰੰਗਜ਼ੇਬ ਵਰਗਿਆਂ ਨੇ ਭੁਲਾ ਦਿੱਤਾ। ਉਹ ਆਖਣ ਲੱਗੇ ਸਾਨੂੰ ਨਹੀਂ ਕਿਸੇ ਨੇ ਪਾਤਸ਼ਾਹੀ ਦਿੱਤੀ ਹੈ। ਆਖਦੇ ਇਹ ਰਾਜ ਤਾਂ ਸਾਨੂੰ ਸਾਡੇ ਪੈਗੰਬਰ ਮੁਹੰਮਦ ਸਾਹਿਬ ਨੇ ਦਿੱਤਾ। ਹਿੰਦੂ ਸਾਨੂੰ ਰਾਜ ਕਿਵੇਂ ਦੇ ਸਕਦੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਸੁਣਿਆ ਤੇ ਮਨ ਦੇ ਵਿੱਚ ਸਤਿਗੁਰਾਂ ਦੇ ਰੋਹ ਆ ਗਿਆ ਕਿ ਬਾਦਸ਼ਾਹੀ ਤਾਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਰਹੇ ਨੇ ਤੇ ਤੁਸੀਂ ਉਹਨਾਂ ਦੀ ਨਿੰਦਿਆ ਕਰਦੇ, ਉਹਨਾਂ ਨੂੰ ਮਾੜਾ ਕਹਿੰਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਤੁਰਕਾਂ ਦਾ ਨਾਸ਼ ਕਰਨ ਵਾਸਤੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਹੈ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਾਜ ਸੰਸਾਰ ਦੇ ਭਲੇ ਵਾਸਤੇ ਆਪਣੇ 4 ਪੁੱਤਰ ਜਿਹੜੇ ਹਨ ਉਹ ਵੀ ਕੁਰਬਾਨ ਕਰ ਦਿੱਤੇ ਹਨ। ਪੰਥ ਦੀ ਖਾਤਰ ਆਪਣੀ ਅੰਸ਼ ਤੱਕ ਗਵਾ ਲਈ, ਪਰ ਪੰਥ ਰੱਖਿਆ ਉਹਨਾਂ ਨੇ, ਅੰਸ਼ ਨਹੀਂ ਰੱਖੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਥ ਰੱਖਿਆ, ਕਿਉਂਕਿ ਇਹ ਬਚਨ ਆਖਿਆ ਸੀ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਇਹ ਪੰਥ ਮੇਰਾ, ਇਹ ਸਾਰਾ ਪੰਥ ਹੀ ਮੇਰਾ ਪੁੱਤਰ ਹੈ। ਇਸ ਤਰ੍ਹਾਂ ਇਸੇ ਪੰਥ ਦੀ ਖਾਤਰ ਉਹਨਾਂ 4 ਪੁੱਤਰ ਵਾਰ ਦਿੱਤੇ ਹਨ। ਤਬ ਮਾਲੀ ਹਮ ਪੁੱਛਿਓ ਕਿਮ ਬੰਸ ਅੰਸ ਰਖੇ ਨਾ ਦੋਏ। ਉਸ ਵਕਤ ਮਾਲੀ ਸ਼ਬਦ ਵਰਤਿਆ ਕੈਪਟਨ ਮਰੀ ਵਾਸਤੇ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਕੈਪਟਨ ਮਰੀ ਮੈਨੂੰ ਕਹਿਣ ਲੱਗਾ ਕਿ ਗੁਰੂ ਸਾਹਿਬ ਜੀ ਨੇ ਪੰਥ ਤੇ ਅੰਸ਼ ਦੋਨੇ ਕਿਉਂ ਨਹੀਂ ਰੱਖੇ। ਇੱਕ ਹੁੰਦਾ ਨਾ ਨਾਦੀ ਪੁੱਤ, ਇੱਕ ਹੁੰਦਾ ਬਿੰਦੀ ਪੁੱਤ। ਬਿੰਦੀ ਪੁੱਤ 4 ਸਾਹਿਬਜ਼ਾਦੇ ਮਹਾਰਾਜ ਦੇ ਮਾਤਾ ਪਿਤਾ ਦੀ ਸੰਤਾਨ। ਨਾਦੀ ਪੁੱਤ ਸ਼ਬਦ ਤੋਂ ਪੈਦਾ ਹੋਇਆ ਖਾਲਸਾ ਪੰਥ। ਖਾਲਸਾ ਜਿਹੜਾ ਸਿੱਖ ਜਿਹੜੇ ਇਹ ਨਾਦੀ ਪੁੱਤਰ ਨੇ। ਤੇ ਉਹ ਕਹਿਣ ਲੱਗਾ ਵੀ ਗੁਰੂ ਸਾਹਿਬ ਦੋਨੇ ਵੀ ਤਾਂ ਰੱਖ ਸਕਦੇ ਸਨ, ਵੀ ਆਪਣੇ ਪੁੱਤਰ ਵੀ ਰੱਖ ਸਕਦੇ ਸਨ ਤੇ ਉਹ ਪੰਥ ਵੀ ਰੱਖ ਸਕਦੇ ਸਨ, ਪਰ ਉਹਨਾਂ ਨੇ ਅੰਸ਼ ਨਹੀਂ ਰੱਖੀ, ਪੰਥ ਜ਼ਰੂਰ ਰੱਖ ਲਿਆ ਹੈ। ਅੰਸ਼ ਹੋਏ
ਫਿਰ ਬੰਸ ਪਰ ਉਤਨੋ ਹੇਤ ਨ ਹੋਏ। ਕੈਪਟਨ ਮਰੀ ਨੂੰ ਭਾਈ ਰਤਨ ਸਿੰਘ ਜੀ ਕਹਿਣ ਲੱਗੇ, ਜਦੋਂ ਅੰਸ ਹੁੰਦੀ ਹੈ ਨਾ, ਫਿਰ ਪੰਥ ਦੇ ਨਾਲ ਇੰਨਾ ਹੇਤ ਨਹੀਂ ਸੀ ਹੋਣਾ। ਫਿਰ ਪੁੱਤਰਾਂ ਨੂੰ ਹਰ ਕੋਈ ਮੂਹਰੇ ਰੱਖਦਾ ਵੀ ਮੇਰੇ ਪੁੱਤਰ ਚੰਗੇ, ਮੇਰੇ ਪੁੱਤਰ ਚੰਗੇ, ਵੀ ਇਹਨਾਂ ਨੂੰ ਸਾਰਾ ਕੁਝ ਮਿਲਣਾ ਚਾਹੀਦਾ। ਭਾਵਾਂ ਕਿ ਸਤਿਗੁਰਾਂ ਦਾ ਸਿਧਾਂਤ ਤਾਂ ਇੱਕੋ ਸੀ, ਗੁਰਸਿੱਖਾਂ ਇੱਕੋ ਪਿਆਰ, ਗੁਰ ਮਿੱਤਾ ਕੁੱਤਾ ਭਾਈ ਆ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ। ਪਰ ਭਾਈ ਰਤਨ ਸਿੰਘ ਜੀ ਉਹਨੂੰ ਜਵਾਬ ਇਸ ਤਰ੍ਹਾਂ ਦਿੰਦੇ ਨੇ ਕਿ ਜੇ ਅੰਸ਼ ਹੋਵੇ, ਪੁੱਤਰ ਹੋਵੇ, ਤੇ ਫਿਰ ਪੰਥ ਦੇ ਨਾਲ ਜ਼ਿਆਦਾ ਹੇਤ ਨਹੀਂ ਹੁੰਦਾ। ਇਸ ਕਰਕੇ ਪੰਥ ਨੂੰ ਗੁਰੂ ਸਾਹਿਬ ਨੇ ਪੈਦਾ ਕੀਤਾ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਇਹ ਮਾਣ ਪੰਥ ਨੂੰ ਦਿੱਤਾ, ਇਸ ਕਰਕੇ ਪੰਥ ਤੋਂ ਆਪਣੀ ਅੰਸ਼ ਵੀ ਸਤਿਗੁਰਾਂ ਨੇ ਵਾਰ ਦਿੱਤੀ ਹੈ। ਸੋ ਇਸੇ ਪ੍ਰਕਾਰ ਦੱਤਾਤਰੈ ਹੋਇਆ ਤੇ ਗੋਰਖ ਸਿੱਧ ਹੋਇਆ ਹੈ। ਸਾਧ ਸੰਗਤ ਜੀ ਉਹ ਜਤੀ ਬਣ ਗਏ, ਉਹਨਾਂ ਨੇ ਆਪਣਾ ਪੰਥ ਰੱਖਿਆ। ਦੱਤਾਤਰੈ ਨੇ ਆਪਣਾ ਪੰਥ ਰੱਖਿਆ, ਜਿਹੜਾ ਗੋਰਖ ਸੀ ਉਹਨੇ ਆਪਣਾ ਪੰਥ ਰੱਖਿਆ। ਉਹਨਾਂ ਦੀ ਅੰਸ਼ ਨਹੀਂ ਸੀ, ਉਹਨਾਂ ਦੇ ਪੁੱਤਰ ਨਹੀਂ ਸਨ। ਉਹ ਕੇਵਲ ਆਪਣੇ ਪੰਥ ਨੂੰ ਹੀ ਸਾਰਾ ਕੁਝ ਸਮਝਦੇ ਰਹੇ ਹਨ। ਜਿਹੜੇ ਮੁਹੰਮਦ ਸਾਹਿਬ ਸਨ, ਉਹਨਾਂ ਨੇ ਵੀ ਇਸੇ ਪ੍ਰਕਾਰ ਆਪਣਾ ਪੁੱਤਰ ਖੁਦਾ ਲਈ ਜਿਹੜਾ ਸੀ ਉਹ ਵਾਰ ਦਿੱਤਾ ਹੈ। ਇਸੇ ਪ੍ਰਕਾਰ ਉਹਨਾਂ ਨੇ ਜਿਹੜੀ ਆਪਣੀ ਕਹਿੰਦੇ ਬੰਸ ਸੀ ਨਾ, ਭਾਵ ਜਿਹੜਾ ਆਪਣਾ ਪੰਥ ਸੀ, ਉੱਤਮ ਪੰਥ ਰੱਖਿਆ। ਉਹਨਾਂ ਨੇ ਪੰਥ ਰੱਖਿਆ, ਆਪਣਾ ਧਰਮ ਰੱਖਿਆ, ਮਜ਼ਹਬ ਰੱਖਿਆ, ਪਰ ਉਹਨਾਂ ਨੇ ਜਿਹੜੀ ਆਪਣੀ ਅੰਸ਼ ਸੀ, ਆਪਣਾ ਪੁੱਤਰ ਸੀ, ਉਹ ਨਹੀਂ ਰੱਖਿਆ। ਸੋ ਇਸੇ ਪ੍ਰਕਾਰ ਕੈਪਟਨ ਮਰੀ ਕਹਿਣ ਲੱਗਾ ਵੀ ਜੇ ਗੁਰੂ ਸਾਹਿਬ ਨੇ ਆਪਣੇ ਪੁੱਤਰ ਆਪ ਵਾਰ ਦਿੱਤੇ ਮੈਦਾਨੇ ਜੰਗ ਵਿੱਚ, ਵੀ ਤੁਸੀਂ ਤੁਰਕਾਂ ਨੂੰ ਫਿਰ ਦੋਸ਼ ਕਿਉਂ ਦਿੰਦੇ ਹੋ? ਵੀ ਤੁਰਕਾਂ ਨੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਤੇ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ਼ਹੀਦ ਕੀਤਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਰੀ ਵਿਚਾਰ ਉਹ ਆਪ ਜਾਣਦੇ ਸਨ, ਉਹਨਾਂ ਨੂੰ ਹਰ ਗੱਲ ਦਾ ਪਤਾ ਸੀਗਾ। ਭਾਈ ਰਤਨ ਸਿੰਘ ਜੀ ਕਹਿੰਦੇ ਕੈਪਟਨ ਮਰੀ ਦਾ ਇਹ ਸ਼ੰਕਾ, ਇਹ ਸਵਾਲ ਸੁਣ ਕੇ ਉਹਨੂੰ ਮੈਂ ਜਵਾਬ ਦਿੱਤਾ ਹੈ। ਉਹਨਾਂ ਨੇ ਆਖਿਆ ਠੀਕ ਹੈ, ਗੁਰੂ ਸਾਹਿਬ ਜੀ ਨੇ 4 ਪੁੱਤਰ ਮੈਦਾਨੇ ਜੰਗ ਵਿੱਚ ਵਾਰੇ, ਪਰ ਉਹਨਾਂ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਸਾਹਿਬਜ਼ਾਦਿਆਂ ਨੂੰ, ਉਹਨਾਂ ਦਾ ਕਤਲ ਜਿਹੜਾ ਉਹਨਾਂ ਨੇ ਕੀਤਾ, ਉਹਦਾ ਦੋਸ਼ ਤਾਂ ਤੁਰਕਾਂ ਦੇ ਸਿਰ ਤੇ ਜਾਂਦਾ ਹੈ ਨਾ। ਗੁਰੂ ਸਾਹਿਬ ਨੇ 4 ਪੁੱਤਰ ਵਾਰੇ, 2 ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ। ਉੱਥੇ ਵੀ ਤੁਰਕਾਂ ਦਾ ਤੇ ਪਹਾੜੀਆਂ ਦਾ ਸੁਮੇਲ ਸੀ ਫੌਜ ਦਾ। ਕੁਝ ਭੀਮ ਚੰਦ ਆਦਿਕ ਰਾਜੇ ਉਹਨਾਂ ਦੀ ਫੌਜ ਸੀ, ਕੁਝ ਔਰੰਗਜ਼ੇਬ ਦੀ ਫੌਜ ਸੀ। ਉੱਥੇ ਵੀ ਤੁਰਕਾਂ ਦੀ ਗਲਤੀ, ਉਹਨਾਂ ਨੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਕੀਤੇ, ਤੇ ਜਿਹੜੇ ਛੋਟੇ 4 ਸਾਹਿਬਜ਼ਾਦੇ ਸਨ, ਵੱਡੇ ਤਾਂ ਮੰਨ ਲਿਆ ਵੀ ਉਹ ਸੂਰਮੇ ਸਨ, ਮੈਦਾਨੇ ਜੰਗ ਵਿੱਚ ਸੂਰਮਿਆਂ ਵਾਂਗੂ ਜੂਝ ਕੇ ਸ਼ਹੀਦ ਹੋ ਗਏ। ਪਰ ਜਿਹੜੇ ਛੋਟੇ ਸਨ, ਜਿਨ੍ਹਾਂ ਦੀ 7 ਤੇ 9 ਸਾਲ ਦੀ ਉਮਰ ਸੀ, ਉਹਨਾਂ ਸਾਹਿਬਜ਼ਾਦਿਆਂ ਦਾ ਕਸੂਰ ਕੀ ਸੀਗਾ? ਉਹ ਮੈਦਾਨੇ ਜੰਗ ਵਿੱਚ ਨਹੀਂ, ਬਲਕਿ ਉਹਨਾਂ ਨੂੰ ਸ੍ਰੀ ਚਮਕੌਰ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਨੀਂਹ ਫਟ ਗਈ, ਧਰਤੀ ਤੇ ਡਿੱਗ ਪਏ, ਵੇਖਿਆ ਵੀ ਸਾਹ ਚੱਲਦੇ ਨੇ, ਤੇ ਉਹਨਾਂ ਦਾ ਜਿਹੜਾ ਸੀਸ ਸੀਗਾ ਉਹ ਧੜ ਦੇ ਨਾਲੋਂ ਜੁਦਾ ਕਰ ਦਿੱਤਾ ਗਿਆ। ਕਹਿੰਦੇ ਵੀ ਉਹਨਾਂ ਸਾਹਿਬਜ਼ਾਦਿਆਂ ਦਾ ਜਿਹੜਾ ਕਤਲ ਇਹਨਾਂ ਕੀਤਾ, ਉਹਨਾਂ ਦਾ ਖੂਨ ਇਹਨਾਂ ਕੀਤਾ, ਉਹਨਾਂ ਤੇ ਜ਼ੁਲਮ ਕੀਤਾ, ਇਹਦੀ ਸਜ਼ਾ ਤਾਂ ਤੁਰਕਾਂ ਨੇ ਆਪਣੇ ਸਿਰ ਤੇ ਲੈ ਲਈ ਨਾ। ਸੋ ਇਸ ਕਰਕੇ ਕੈਪਟਨ ਮਰੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਥ ਵਾਸਤੇ ਪੁੱਤਰ ਵਾਰੇ, ਪਰ ਉਹਨਾਂ ਪੁੱਤਰਾਂ ਦਾ ਜਿਹੜਾ ਸ਼ਹਾਦਤ ਦਾ ਦੋਸ਼ ਹੈ ਉਹ ਤੁਰਕਾਂ ਦੇ ਸਿਰ ਤੇ ਹੀ ਜਾਂਦਾ ਹੈ। ਸਤਿਗੁਰੂ ਤੁਰਕਾਂ ਨੂੰ ਗਾਲਣਾ ਚਾਹੁੰਦੇ ਸਨ। ਕਿਸੇ ਸਵਾਲ ਕੀਤਾ ਇੱਕ ਵਾਰੀ, ਉਹ ਕਹਿੰਦੇ ਨੇ ਵੀ ਦੇਖੋ ਗੁਰੂ ਸਾਹਿਬਾਨ ਦਇਆਵਾਨ ਸਨ, ਉਹ ਕਿਸੇ ਨੂੰ ਮਾਰਨਾ ਨਹੀਂ ਸਨ ਚਾਹੁੰਦੇ। ਉਹ ਹਮੇਸ਼ਾ ਇਹੀ ਕਹਿੰਦੇ ਰਹੇ ਵੀ ਜੀ ਦਇਆ ਪ੍ਰਵਾਨ, ਪਰ ਉਹਨਾਂ ਨੇ ਮੈਦਾਨੇ ਜੰਗ ਵਿੱਚ ਕਿੰਨੇ ਫੌਜੀ ਮਾਰੇ, ਕਿੰਨੇ ਸਿਪਾਹੀ ਮਾਰੇ। ਤੇ ਇਹਦਾ ਜਵਾਬ ਇਹ ਹੈ, ਦੇਖੋ ਜਦੋਂ ਆਪਾਂ ਡਾਕਟਰ ਕੋਲ ਜਾਂਦੇ ਹਾਂ ਨਾ, ਸਾਡਾ ਸਰੀਰ ਹੈ, ਸਰੀਰ ਦਾ ਕੋਈ ਅੰਗ ਗਲ ਜਾਏ ਤੇ ਡਾਕਟਰ ਨੂੰ ਕੱਟਣਾ ਪੈਂਦਾ ਹੈ, ਉਹਦੀ ਮਜਬੂਰੀ ਬਣ ਜਾਂਦੀ ਹੈ।
ਕਿਸੇ ਦਾ ਹੱਥ ਕੱਟਣਾ ਪੈ ਜਾਂਦਾ ਹੈ, ਕਿਸੇ ਦਾ ਪੈਰ, ਕਿਸੇ ਦੀ ਲੱਤ ਕੱਟਣੀ ਪੈਂਦੀ ਹੈ ਨਾ, ਤੇ ਡਾਕਟਰ ਕੀ ਕਹਿੰਦਾ? ਇਹੀ ਕਹਿੰਦਾ ਨਾ ਵੀ ਨਾ ਕੱਟਿਆ ਤੇ ਬਾਕੀ ਸਾਰਾ ਕੁਝ ਵੀ ਗਾਲ ਦੇਗਾ। ਸਿਆਣੇ ਕਹਿੰਦੇ ਵੀ ਇੱਕ ਸੇਬ ਫਲ ਖਰਾਬ ਹੋ ਜਾਏ ਨਾ, ਤੇ ਭਾਵੇਂ ਸਾਰਾ ਟੋਕਰਾ ਭਰਿਆ ਹੋਵੇ ਉਹ ਸਾਰਿਆਂ ਨੂੰ ਖਰਾਬ ਕਰ ਦਿੰਦਾ ਹੈ। ਉੱਥੇ ਮਜਬੂਰੀ ਬਣ ਜਾਂਦੀ ਆ ਵੀ ਉਹਨੂੰ ਕੱਢ ਕੇ ਬਾਹਰ ਸੁੱਟਣਾ ਪੈਂਦਾ ਹੈ। ਸਰੀਰ ਦਾ ਅੰਗ ਖਰਾਬ ਹੋ ਜਾਏ ਉਹਨੂੰ ਕੱਟਣਾ ਪੈਂਦਾ ਹੈ। ਇਸੇ ਪ੍ਰਕਾਰ ਤੁਰਕ ਜਿਹੜੇ ਸਨ, ਸਾਰੇ ਮੁਸਲਮਾਨ ਗਲਤ ਨਹੀਂ ਸਨ। ਪੀਰ ਭੀਖਮ ਸ਼ਾਹ ਵਰਗੇ, ਪੀਰ ਬੁੱਧੂ ਸ਼ਾਹ ਵਰਗੇ, ਸਾਈਂ ਮੀਆਂ ਮੀਰ ਵਰਗੇ ਅਨੇਕਾਂ ਹੀ ਮੁਸਲਮਾਨ ਭਗਤੀ ਬੰਦਗੀ ਕਰਨ ਵਾਲੇ ਸਨ ਉਸ ਸਮੇਂ ਦੇ ਵਿੱਚ। ਪਰ ਗੁਰੂ ਸਾਹਿਬ ਦਾ ਮੱਥਾ ਲੱਗਿਆ ਕੇਵਲ ਬਾਦਸ਼ਾਹੀ ਨਾਲ, ਜਿਨ੍ਹਾਂ ਨੇ ਜ਼ੁਲਮ ਦੀ ਇੰਤਹਾ ਕਰਾ ਦਿੱਤੀ ਸੀ ਹਿੰਦੁਸਤਾਨ ਵਿੱਚ। ਜਿਵੇਂ ਕੱਲ ਤੁਹਾਨੂੰ ਬਚਨ ਸਰਵਣ ਕਰਾਇਆ ਨਾ, ਜਦੋਂ ਕਿਰਪਾ ਰਾਮ ਕਹਿਣ ਲੱਗੇ ਸ਼ੇਰ ਅਫਗਾਨ ਨੂੰ ਵੀ ਸਾਨੂੰ ਸਮਾਂ ਦੇ ਦਿਓ, ਕਹਿੰਦਾ ਕਿਉਂ? ਉਹ ਕਹਿਣ ਲੱਗੇ ਵੀ ਅਸੀਂ ਜਾ ਕੇ ਆਪਣੇ ਇਸ਼ਟ ਕੋਲ ਬੇਨਤੀਆਂ ਕਰਨਾ ਚਾਹੁੰਦੇ ਹਾਂ। ਉਹ ਕਹਿੰਦਾ ਹੱਸ ਕੇ, ਤੁਹਾਡਾ ਇਸ਼ਟ ਪੀਸ ਕੇ ਨਾ, ਕਿਉਂਕਿ ਮੂਰਤੀ ਪੂਜਨ ਕਰਦੇ ਸਨ, ਉਹ ਪੀਸ ਕੇ ਚੂਨਾ ਜਿਹੜਾ ਸੀ ਮਸਜਿਦਾਂ ਨੂੰ ਲਾ ਦਿੱਤਾ ਹੈ। ਜਾਓ ਜਾ ਕੇ ਪੁੱਛ ਲਓ ਉਹਨੂੰ, ਜਿਹੜਾ ਆਪਣੇ ਆਪ ਨੂੰ ਨਹੀਂ ਰੱਖ ਸਕਿਆ ਤੁਹਾਨੂੰ ਰੱਖ ਲਏਗਾ। ਇੱਥੋਂ ਤਾਈਂ ਇਹ ਨੀਚ ਹੋ ਚੁੱਕੇ ਸਨ। ਮੰਦਰ ਢਾਹ ਦਿੱਤੇ, ਧਾਰਮਿਕ ਸਥਾਨਾਂ ਦੀ ਬੇਅਦਬੀ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੀਤੀ, ਤੇ ਫਿਰ ਗੁਰੂ ਸਾਹਿਬ ਨੂੰ ਤਲਵਾਰ ਚੁੱਕਣੀ ਪਈ। ਕਹਿਣ ਲੱਗੇ ਇਹ ਸਮਾਜ ਦਾ ਉਹ ਭੈੜਾ ਅੰਗ ਹੈ ਜਿਹੜਾ ਵੱਢਣਾ ਹੀ ਪੈਣਾ, ਨਾ ਵੱਢਾਂਗੇ ਇਹ ਸਾਰਾ ਸਮਾਜ ਖਤਮ ਕਰ ਦੇਣਗੇ। ਇਸ ਕਰਕੇ ਗੁਰੂ ਸਾਹਿਬ ਨੂੰ ਤਲਵਾਰ ਚੁੱਕਣੀ ਪਈ। ਵਰਨਾ ਗੁਰੂ ਸਾਹਿਬ ਸ਼ਾਂਤ ਸਰੂਪ ਤੇ ਕੇਵਲ ਸੱਚ ਦਾ ਹੀ ਉਪਦੇਸ਼ ਦਿੰਦੇ ਰਹੇ, ਮਜਬੂਰੀ ਬਣ ਗਈ। ਇਸੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ, ਚੂੰਕਾਰ ਅੱਜ ਹਮਹਾ ਹੀਲ ਤੇ ਦਰ ਗੁਜਸਤ। ਮੇਰਾ ਕੋਈ ਸ਼ੌਂਕ ਥੋੜਾ ਸੀਗਾ, ਮੇਰੀ ਮਜਬੂਰੀ ਬਣ ਗਈ ਮੈਦਾਨੇ ਜੰਗ ਵਿੱਚ ਆਉਣਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੁਰਕਾਂ ਨੂੰ ਗਾਲਣਾ ਚਾਹੁੰਦੇ ਸਨ, ਕਿਉਂਕਿ ਉਹ ਮਜ਼ਲੂਮਾਂ ਤੇ ਅਤਿਆਚਾਰ ਕਰਦੇ ਸਨ, ਪਾਪ ਕਰ ਰਹੇ ਸਨ। ਇਸੇ ਕਰਕੇ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਤੁਰਕਾਂ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਂ ਸੋਚਦਾ, ਕਿਉਂਕਿ ਜਦੋਂ ਕਚਹਿਰੀ ਦੇ ਵਿੱਚ ਵਜ਼ੀਰ ਖਾਨ ਦੀ, ਮਲੇਰਕੋਟਲੇ ਦਾ ਨਵਾਬ ਜਿਹੜਾ ਸੀਗਾ, ਉਹਨੇ ਹਾਂ ਦਾ ਨਾਅਰਾ ਤਾਂ ਮਾਰਿਆ ਨਾ ਵੀ ਇਹਨਾਂ ਵਿਚਾਰੇ ਬੱਚਿਆਂ ਦਾ ਕਸੂਰ ਕੀ ਹੈ, ਸ਼ੀਰਖੋਰ ਬੱਚੇ ਨੇ, ਤੁਸੀਂ ਇਹਨਾਂ ਨੂੰ ਸ਼ਹੀਦ ਕਰਨ ਲੱਗੇ ਹੋ। ਤੇ ਸੁੱਚਾਨੰਦ ਨੇ ਕੀ ਆਖਿਆ ਸੀਗਾ ਵੀ ਸੱਪ ਦਾ ਪੁੱਤਰ ਸਪੋਲੀਆ, ਸਪੋਲੀਆ ਹੁੰਦਾ ਉਹ ਖਤਰਨਾਕ ਜ਼ਿਆਦਾ ਹੁੰਦਾ, ਇਹਨਾਂ ਨੂੰ ਨਾ ਛੱਡਿਓ। ਹੁਣ ਉਹਨਾਂ ਬੱਚਿਆਂ ਦਾ ਕਸੂਰ ਕੋਈ ਨਹੀਂ ਸੀ, ਬਿਨਾਂ ਕਸੂਰ ਤੋਂ ਸ਼ਹੀਦ ਕੀਤੇ ਗਏ ਛੋਟੇ ਸਾਹਿਬਜ਼ਾਦੇ। ਤੇ ਫਿਰ ਉਹਦਾ ਦੋਸ਼ ਤਾਂ ਤੁਰਕਾਂ ਦੇ ਸਿਰ ਤੇ ਆਉਣਾ ਸੀ ਨਾ। ਭਾਵੇਂ ਗੁਰੂ ਕੇ ਸਿੰਘ ਸਨ, ਗੁਰੂ ਕੇ ਸੁਪੁੱਤਰ ਸਨ, ਉਹਨਾਂ ਤੇ ਅਤਿਆਚਾਰ ਤੁਰਕ ਕਰ ਰਹੇ ਸਨ, ਤੇ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਦੋਸ਼ ਸੀਗਾ, ਇਸ ਤਰ੍ਹਾਂ ਉਹ ਤੁਰਕਾਂ ਦੇ ਸਿਰ ਦੇ ਉੱਪਰ ਆ ਗਿਆ ਹੈ। ਇਸੇ ਕਾਰਨ ਕਰਕੇ ਦਸਵੇਂ ਪਾਤਸ਼ਾਹ ਜੀ ਨੇ ਖਾਲਸੇ ਪੰਥ ਦੀ ਰਚਨਾ ਕੀਤੀ ਹੈ। ਆਪਣੇ ਸਿੱਖਾਂ ਨੂੰ ਬਚਾਉਣ ਵਾਸਤੇ ਤੇ ਦੁਸ਼ਟਾਂ ਦਾ ਸੰਘਾਰ ਕਰਨ ਵਾਸਤੇ। ਇਥੋਂ ਤਾਈਂ ਕਿ ਆਪਣਾ ਸਰੀਰ ਜਿਹੜਾ ਦਸਵੇਂ ਪਾਤਸ਼ਾਹ ਜੀ ਨੇ ਉਹ ਵੀ ਤੁਰਕਾਂ ਦੇ ਸਿਰ ਲਾ ਦਿੱਤਾ, ਭਾਵ ਆਪ ਸ਼ਹਾਦਤ ਦਾ ਜਾਮ ਪੀ ਗਏ ਹਨ ਹਜੂਰ ਸਾਹਿਬ ਦੀ ਧਰਤੀ ਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਪੰਥ ਵਧਾਉਣਾ ਚਾਹੁੰਦੇ ਹਨ। ਸੋ ਇਸੇ ਪ੍ਰਕਾਰ ਕਹਿੰਦੇ ਨੇ ਵੀ ਦੋਵਾਂ ਚੋਂ ਇੱਕ ਚੀਜ਼ ਹੀ ਰਹਿ ਸਕਦੀ, ਜਾਂ ਤਾਂ ਅੰਸ ਰਹਿ ਸਕਦੀ ਹੈ ਜਾਂ ਪੰਥ ਰਹਿ ਸਕਦਾ ਹੈ। ਇਥੋਂ ਤਾਈਂ ਕਿ ਸ੍ਰੀ ਰਾਮ ਚੰਦਰ ਜੀ, ਸ੍ਰੀ ਕ੍ਰਿਸ਼ਨ ਭਗਵਾਨ ਆਦਿਕ, ਉਹਨਾਂ ਨੇ ਵੀ ਕੇਵਲ ਆਪਣਾ ਪੰਥ ਹੀ ਰੱਖਿਆ, ਉਹਨਾਂ ਨੇ ਆਪਣੀ ਅੰਸ ਨਹੀਂ ਰੱਖੀ। ਸ੍ਰੀ ਰਾਮ ਕ੍ਰਿਸ਼ਨ ਸੁਤ ਨਿਜ ਰਖੇ। ਸਾਧ ਸੰਗਤ ਜੀ ਕਹਿੰਦੇ ਸ੍ਰੀ ਰਾਮ ਕ੍ਰਿਸ਼ਨ ਜੀ ਤੇ ਇਸੇ ਪ੍ਰਕਾਰ ਸ੍ਰੀ ਰਾਮ ਚੰਦਰ ਜੀ ਤੇ ਸ੍ਰੀ ਕ੍ਰਿਸ਼ਨ ਭਗਵਾਨ ਜੀ। ਦਇਓ ਰਾਜ ਪੁਨ ਪ੍ਰੀਤ। ਹਾਂਜੀ। ਸ੍ਰੀ ਸਤਿਗੁਰ ਸਿੱਖਨ ਦਿਓ ਅਧਿਕ ਭਈ ਜੋ ਰੀਤ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੈਸੇ ਉਦਾਹਰਨਾਂ ਦਿੱਤੀਆਂ ਗਈਆਂ, ਰਾਮਚੰਦਰ ਜੀ, ਕ੍ਰਿਸ਼ਨ ਭਗਵਾਨ ਆਦਿਕ ਜੀ, ਉਹਨਾਂ ਨੇ ਵੀ ਇਸੇ ਪ੍ਰਕਾਰ ਜਿਹੜੀ ਪ੍ਰੀਤ ਸੀ ਨਾ ਉਹ ਆਪਣੇ ਪੰਥ ਦੇ ਨਾਲ ਹੀ ਉਹਨਾਂ ਨੇ ਕੀਤੀ ਹੈ। ਤੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੀ ਵੀ ਜਿਹੜੀ ਪ੍ਰੀਤੀ ਸੀ ਉਹ ਆਪਣੇ ਪੰਥ ਦੇ ਨਾਲ ਹੀ ਸੀਗੀ। ਉਹਨਾਂ ਨੇ ਵੀ ਇਸੇ ਤਰ੍ਹਾਂ ਇਸ ਰੀਤ ਨੂੰ ਨਿਭਾਉਂਦਿਆਂ ਹੋਇਆਂ ਆਪਣੇ ਪੰਥ ਨੂੰ ਹੀ ਸਾਰਾ ਕੁਝ ਬਖਸ਼ਿਸ਼ ਕੀਤਾ ਹੈ।
ਪਰ ਅੰਸ਼ ਬੜਤ ਨ ਹੇਤ। ਕਹਿੰਦੇ ਜਦੋਂ ਆਪਣੀ ਅੰਸ਼ ਕੋਲ ਹੁੰਦੀ ਹੈ ਨਾ ਤਾਂ ਉਦੋਂ ਪਰਾਈ ਅੰਸ਼ ਦੇ ਨਾਲ ਜਿਹੜਾ ਹੇਤ ਨਹੀਂ ਹੁੰਦਾ, ਮਨ ਵਿੱਚ ਫਰਕ ਰਹਿੰਦਾ ਵੀ ਇਹ ਮੇਰੇ ਆਪਣੇ ਨੇ ਤੇ ਇਹ ਪਰਾਏ ਹਨ। ਓਮ ਪਤਰ ਜੇ ਘਾਸ ਹਵੈ ਨਹਿ ਹੋਏ ਅੰਨ ਤਹਿ ਖੇਤ। ਕਹਿੰਦੇ ਭੂਮੀ ਪੁੱਤਰ ਘਾਹ ਹੁੰਦਾ ਹੈ, ਘਾਹ ਧਰਤੀ ਦਾ ਪੁੱਤਰ ਹੈ, ਆਪਣੇ ਆਪ ਉਗ ਪੈਂਦਾ ਨਾ, ਕਿਸੇ ਨੇ ਦਵਾਈ ਨਹੀਂ ਛਿੜਕੀ, ਸਪਰੇਅ ਨਹੀਂ ਕੀਤੀ, ਕਿਸੇ ਨੇ ਬੀਜ ਨਹੀਂ ਲਾਇਆ, ਘਾਹ ਆਪਣੇ ਆਪ ਹੀ ਉਗ ਪੈਂਦਾ। ਤੇ ਭਾਈ ਰਤਨ ਸਿੰਘ ਕਹਿੰਦੇ ਜਿੱਥੇ ਘਾਹ ਉਗ ਜਾਏ ਉੱਥੇ ਅੰਨ ਨਹੀਂ ਹੁੰਦਾ, ਕਿਉਂ? ਧਰਤੀ ਜਿਹੜੀ ਹੈ ਉਹ ਘਾਹ ਨੂੰ ਪਾਲਦੀ ਆ, ਅੰਨ ਨੂੰ ਨਹੀਂ ਪਾਲਦੀ। ਅੰਨ ਨੂੰ ਵੇਖੋ ਕਿੰਨਾ ਕੁਝ ਕਰਨਾ ਪੈਂਦਾ, ਸਪਰੇਆਂ ਲਾਓ, ਪਾਣੀ ਲਾਓ, ਉਹਨੂੰ ਗੁਡਾਈ ਵੀ ਕਰੋ ਤਾਂ ਕਿਤੇ ਅੰਨ ਹੁੰਦਾ ਹੈ। ਪਰ ਧਰਤੀ 'ਚ ਜਿੱਥੇ ਘਾਹ ਹੋਵੇ ਉੱਥੇ ਅੰਨ ਨਹੀਂ ਹੁੰਦਾ। ਇਨ ਬਿਨ ਇਸੇ ਪ੍ਰਕਾਰ ਜਦੋਂ ਆਪਣੀ ਅੰਸ਼ ਹੁੰਦੀ ਹੈ ਪਰਾਈ ਅੰਸ਼ ਦੇ ਨਾਲ ਪ੍ਰੇਮ ਨਹੀਂ ਹੁੰਦਾ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਵੱਡੀ ਵਡਿਆਈ, ਚਮਕੌਰ ਦੀ ਗੜੀ ਦੇ ਵਿੱਚ ਭਾਈ ਦਇਆ ਸਿੰਘ ਕਹਿੰਦੇ ਪਾਤਸ਼ਾਹ ਕਿਰਪਾ ਕਰੋ, ਆਪ ਆਪਣੇ ਸਪੁੱਤਰਾਂ ਨੂੰ ਲੈ ਕੇ ਇੱਥੇ ਚਲੇ ਜਾਓ। ਮਹਾਰਾਜ ਕਹਿੰਦੇ ਨਹੀਂ ਭਾਈ ਦਇਆ ਸਿੰਘ, ਮੈਨੂੰ ਨਾ ਆਪਣੇ ਪੁੱਤਰ ਨਜ਼ਰ ਆਉਂਦੇ ਨੇ ਨਾ ਪਰਾਏ ਨਜ਼ਰ ਆਉਂਦੇ ਨੇ, ਤੁਸੀਂ ਸਾਰੇ ਜਾਣੇ ਮੇਰੇ ਵਾਸਤੇ ਮੇਰੇ ਪੁੱਤਰ ਹੋ। ਤੁਸੀਂ ਮੇਰੇ ਸਾਰੇ ਪੁੱਤਰ ਹੋ, ਮੈਂ ਫਰਕ ਨਹੀਂ ਸਮਝਦਾ ਕਿਸੇ ਵਿੱਚ। ਤੇ ਜੇ ਮੈਂ ਆਪਣੇ ਰੱਖ ਲਏ ਤੇ ਸਿੰਘ ਸ਼ਹੀਦ ਕਰਾ ਦਿੱਤੇ, ਕਿਤੇ ਕੱਲ ਨੂੰ ਲੋਕ ਇਹ ਗੱਲ ਨਾ ਕਹਿ ਦੇਣ ਕਿ ਆਪਣੇ ਬਚਾ ਕੇ ਲੈ ਗਏ ਤੇ ਪਰਾਏ ਸ਼ਹੀਦ ਕਰਾ ਦਿੱਤੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਥੋਂ ਨਿਕਲੇ, ਚਮਕੌਰ ਦੀ ਗੜੀ ਵਿੱਚੋਂ ਸਿੱਖ ਲੈ ਕੇ ਨਿਕਲੇ, ਪੁੱਤਰ ਸ਼ਹੀਦ ਹੋ ਗਏ। ਸੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਪੰਥ ਦੇ ਪ੍ਰਤੀ ਪ੍ਰੇਮ ਰੱਖਦੇ ਹਨ। ਦੋਹਰਾ ਤੋ ਮਰੀ ਮੋਹਿ ਸੋ ਕਹੀ, ਫਿਰ ਭਿੰਨ ਭਿੰਨ ਹੋਏ ਸਮਝਾਏ। ਭਾਈ ਰਤਨ ਸਿੰਘ ਜੀ ਕਹਿੰਦੇ ਫਿਰ ਕੈਪਟਨ ਮਰੀ ਮੈਨੂੰ ਕਹਿਣ ਲੱਗਾ, ਹੇ ਭਾਈ ਰਤਨ ਸਿੰਘ ਕਿਰਪਾ ਕਰਕੇ ਮੈਨੂੰ ਭਿੰਨ ਭਿੰਨ ਕਰਕੇ ਸਾਰੀ ਗੱਲ ਸਮਝਾਣਾ ਕਰ। ਪੰਤਰ ਜਿਉ ਜਿਮ ਸਤਿਗੁਰੂ ਔਰ ਭਇਓ ਕਿਤ ਦਾਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਸ ਤਰ੍ਹਾਂ ਖਾਲਸੇ ਪੰਥ ਦੀ ਰਚਨਾ ਕੀਤੀ, ਕਿਵੇਂ ਪੰਥ ਦਾ ਤੇਜ ਪ੍ਰਤਾਪ ਵਧਿਆ, ਕਿਵੇਂ ਤੁਰਕਾਂ ਦੇ ਨਾਲ ਖਾਲਸੇ ਨੇ ਲੋਹਾ ਲਿਆ, ਇਹ ਸਾਰੀ ਗੱਲ ਮੈਨੂੰ ਸਮਝਾਣਾ ਕਰ। ਥੀ ਤੁਰਕਨ ਕੀ ਵੱਡ ਪਤਸ਼ਾਹੀ। ਕੈਪਟਨ ਮਰੀ ਕਹਿੰਦਾ ਉਸ ਸਮੇਂ ਤੁਰਕਾਂ ਦੀ ਵੱਡੀ ਪਾਤਸ਼ਾਹੀ ਹੈ, ਉਹਨਾਂ ਦਾ ਰਾਜ ਭਾਗ ਹਰ ਪਾਸੇ ਫੈਲਿਆ ਹੈ। ਹੁਕਮ ਤੁਰਤ ਲੰਘ ਸੂਬੇ 22। ਹਿੰਦੁਸਤਾਨ ਦੇ ਅੰਦਰ 22 ਸੂਬਿਆਂ ਦੇ ਵਿੱਚ ਜਦੋਂ ਔਰੰਗਾ ਹੁਕਮ ਕਰਦਾ ਸੀ ਤੇ ਹਰ ਪਾਸੇ ਤੁਰੰਤ ਹੀ ਉਹਦੇ ਹੁਕਮ ਦੀ ਪਾਲਣਾ ਹੁੰਦੀ ਸੀ। ਸਮੁੰਦਰ ਟਾਪੂ ਘੜੇ। ਸਮੁੰਦਰ ਦੇ ਵਿੱਚ ਅਨੇਕਾਂ ਟਾਪੂ ਵਸਦੇ ਹਨ। ਦੱਖਣ ਦੇਸ਼, ਪੂਰਬ ਦੇਸ਼, ਜਿੰਨਾ ਵੀ ਪਰਬਤੀ ਇਲਾਕਾ ਹੈ, ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਜਿਹੜੀ ਰਈਅਤ ਰਹਿੰਦੀ ਹੈ, ਇਸ ਰਈਅਤ ਦੇ ਜਿਹੜੇ ਮਾਲਕ ਉਹ ਤੁਰਕ ਸਨ। ਪਰ ਮੈਨੂੰ ਇਸ ਗੱਲ ਦਾ ਸ਼ੰਕਾ ਹੈ ਕਿ ਰਾਜ ਭਾਗ ਉਹਨਾਂ ਦੇ ਹੋਣ ਦੇ ਬਾਵਜੂਦ ਵੀ ਸਿੰਘਾਂ ਦਾ ਇੰਨਾ ਪਸਾਰਾ ਕਿਵੇਂ ਵੱਧ ਗਿਆ ਕਿ ਦਿੱਲੀ ਤੱਕ ਜਾ ਕੇ ਮਾਰ ਲਈ ਬਘੇਲ ਸਿੰਘ ਹਰਾਂ ਨੇ, ਉੱਥੇ ਵੀ ਜਾ ਕੇ ਕਬਜ਼ਾ ਕਰ ਲਿਆ, ਹਰ ਪਾਸੇ ਰਾਜ ਭਾਗ ਉਹਨਾਂ ਆਪਣਾ ਕਾਇਮ ਕਰ ਲਿਆ ਹੈ। ਇੱਕ ਬਾਦਸ਼ਾਹ ਦੇ ਹੁੰਦਿਆਂ ਉਹਦੀ ਰਈਅਤ, ਉਹਦੀ ਪ੍ਰਜਾ ਕਿਵੇਂ ਆਕੀ ਹੋ ਗਈ ਹੈ। ਜਦੋਂ ਸਿੰਘ ਬਾਗੀ ਹੋਏ ਉਸ ਸਮੇਂ ਤੁਰਕਾਂ ਦੀ ਫੌਜ ਕਿੱਥੇ ਸੀ? ਕੀ ਤੁਰਕਾਂ ਦੀ ਫੌਜ ਨੇ ਸਿੰਘਾਂ ਦਾ ਮੁਕਾਬਲਾ ਨਹੀਂ ਕੀਤਾ? ਜਦੋਂ ਪ੍ਰਜਾ ਆਕੀ ਹੋ ਗਈ, ਜਨਤਾ ਆਕੀ ਹੋ ਗਈ, ਕੀ ਉਦੋਂ ਤੁਰਕਾਂ ਨੇ ਸਖਤਾਈ ਨਹੀਂ ਕੀਤੀ ਉਹਨਾਂ ਉੱਪਰ? ਖਬਰ ਨਾ ਪਾਈ, ਜਾਂ ਫਿਰ ਤੁਰਕਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਵੀ ਸਿੰਘ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ। ਉਹ ਹੌਲੀ ਹੌਲੀ ਲੁਕ ਛਿਪ ਕੇ ਪ੍ਰਗਟ ਹੋ ਗਏ ਤੇ ਉਹਨਾਂ ਨੇ ਇਨ ਤੁਰਕਾਂ ਦਾ ਰਾਜ ਭਾਗ ਖੋਹ ਲਿਆ ਹੈ। ਜਾਂ ਫਿਰ ਗੁਰੂ ਸਾਹਿਬ ਦਾ ਤੇ ਬਾਦਸ਼ਾਹਾਂ ਦਾ ਕੋਈ ਵੈਰ ਨਹੀਂ ਸੀ ਆਪਸ ਵਿੱਚ, ਤਾਂ ਹੀ ਸਿੰਘਾਂ ਦਾ ਇੰਨਾ ਪਸਾਰਾ ਵੱਧ ਗਿਆ ਹੈ। ਜਾਂ ਫਿਰ ਤੁਰਕਾਂ ਤੇ ਸਿੰਘਾਂ ਵਿੱਚ ਆਪਸੀ ਸੁਲ੍ਹਾ ਹੋ ਗਈ ਹੋਵੇ ਵੀ ਚਲੋ ਕੋਈ ਨਹੀਂ, ਵੀ ਤੁਸੀਂ ਵੀ ਰਾਜ ਕਰ ਲਓ, ਅਸਾਂ ਵੀ ਰਾਜ ਕਰ ਲੈਨੇ ਆ। ਇਹਨਾਂ ਵਿੱਚੋਂ ਕੋਈ ਇੱਕ ਕਾਰਨ ਤਾਂ ਹੋਵੇਗਾ ਵੀ ਸਿੰਘਾਂ ਦਾ ਇੰਨਾ ਜ਼ਿਆਦਾ ਪਸਾਰਾ ਵੱਧ ਗਿਆ ਹੈ।
ਜਾਂ ਫਿਰ ਤੁਰਕਾਂ ਨੇ ਤੀਜਾ ਪੰਥ ਨਹੀਂ ਜਾਣਿਆ ਵੀ ਖਾਲਸਾ ਪੰਥ ਵੀ ਪੈਦਾ ਹੋ ਗਿਆ, ਜਿੱਥੇ ਹਿੰਦੂ ਤੇ ਮੁਸਲਮਾਨ ਨੇ ਉੱਥੇ ਸਿੰਘ ਵੀ ਪੈਦਾ ਹੋ ਗਏ ਹਨ। ਕੈ ਉਨ ਮੈਂ ਨਾ ਥੋ ਕੋ ਸਿਆਨੋ। ਭਾਈ ਰਤਨ ਸਿੰਘ, ਕੀ ਤੁਰਕਾਂ ਦੇ ਵਿੱਚ ਕੋਈ ਵੀ ਸਿਆਣਾ ਪੁਰਸ਼ ਨਹੀਂ ਸੀ ਕਿ ਸਿੰਘਾਂ ਦੀ ਪਹਿਚਾਣ ਨਹੀਂ ਕਰ ਸਕਿਆ? ਉਨ ਨਾਹੀ ਸਿੰਘਨ ਹੋਤ ਪਛਾਨੋ। ਕਿ ਉਹਨਾਂ ਵਿੱਚੋਂ ਕਿਸੇ ਵੀ ਸਿਆਣੇ ਨੇ ਸਿੰਘਾਂ ਦੀ ਪਛਾਣ ਨਹੀਂ ਕੀਤੀ ਕਿ ਇਹ ਕੱਲ ਆਉਣ ਵਾਲੇ ਸਮੇਂ ਵਿੱਚ ਸਾਡਾ ਰਾਜ ਭਾਗ ਖੋਹ ਲੈਣਗੇ। ਕੈ ਪੰਧ ਚੱਕਿਓ ਨਾ ਦਾਵੋ ਪਾਤਸ਼ਾਹੀ। ਤੇ ਕੀ ਉਸ ਵਕਤ ਜਦੋਂ ਸਿੰਘਾਂ ਨੇ ਪਾਤਸ਼ਾਹੀ ਦਾ ਦਾਅਵਾ ਚੁੱਕਿਆ ਤੁਰਕਾਂ ਨੂੰ ਪਤਾ ਨਹੀਂ ਲੱਗਿਆ? ਜਾਂ ਫਿਰ ਸਿੰਘਾਂ ਨੇ ਪਾਤਸ਼ਾਹੀ ਦਾ ਦਾਅਵਾ ਕੀਤਾ ਹੀ ਨਹੀਂ ਕਿ ਸਾਨੂੰ ਪਾਤਸ਼ਾਹੀ ਨਹੀਂ ਚਾਹੀਦੀ? ਭਇਓ ਲੁਕਾਹੀ। ਤੇ ਜਾਂ ਫਿਰ ਖਾਲਸਾ ਪੰਥ ਤੁਰਕਾਂ ਤੋਂ ਲੁਕ ਛਿਪ ਕੇ ਰਹਿੰਦਾ ਰਿਹਾ ਵੀ ਕਿਤੇ ਤੁਰਕਾਂ ਨੂੰ ਪਤਾ ਨਾ ਲੱਗ ਜਾਵੇ। ਦੋਹਰਾ ਜਿਮ ਤਿਸ ਉੱਤਰ ਮੈਂ ਦਿਓ ਸੁਨੋ ਸੋ ਗੁਰਸਿੱਖ। ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਮੈਂ ਕੈਪਟਨ ਮਰੀ ਨੂੰ ਜਵਾਬ ਦਿੱਤਾ ਇਹਨਾਂ ਸਵਾਲਾਂ ਦਾ, ਇਹ ਗੁਰਸਿੱਖੋ ਤੁਸੀਂ ਵੀ ਪ੍ਰੇਮ ਦੇ ਨਾਲ ਸੁਣਨਾ ਕਰੋ। ਜਨਮਤ ਲੋਕਿਓ ਨਾ ਪੰਥ ਯਹ ਦਬ ਸੂਲਨ ਜੋ ਮੁਖ ਤਿਖ। ਭਾਈ ਰਤਨ ਸਿੰਘ ਜੀ ਕਹਿਣ ਲੱਗੇ ਖਾਲਸਾ ਪੰਥ ਮੁੱਢ ਤੋਂ ਆਦ ਤੋਂ ਜਦੋਂ ਦਾ ਜੰਮਿਆ ਉਦੋਂ ਦਾ ਹੀ ਨਹੀਂ ਲੁਕਦਾ। 10ਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਿਰਜਿਆ ਤੇ ਇੱਕ ਇਤਿਹਾਸ ਵਿੱਚ ਘਟਨਾ ਪੜ੍ਹਨ ਵਿੱਚ ਸੁਣਨ ਵਿੱਚ ਆਉਂਦੀ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਧੜ ਚਾਂਦਨੀ ਚੌਂਕ ਵਿੱਚ ਪਿਆ ਸੀ, ਔਰੰਗਜ਼ੇਬ ਦਾ ਹੁਕਮ ਹੋਇਆ ਵੀ ਕੋਈ ਵੀ ਲੈ ਜਾਏ ਸੰਸਕਾਰ ਕਰ ਦਏ, ਤੇ ਕੋਈ ਡਰਦਾ ਮਾਰਾ ਨਿਕਲਿਆ ਨਹੀਂ ਸੀ। ਬਾਅਦ ਵਿੱਚ ਭਾਈ ਲੱਖੀ ਸਾਹਿਬ ਵਣਜਾਰਾ ਆਏ, ਆਪਣੇ ਗੱਡਿਆਂ ਵਿੱਚ ਉਹ ਸੀਸ ਲੁਕੋ ਕੇ ਲੈ ਗਏ ਤੇ ਘਰ ਦੇ ਵਿੱਚ ਜਾ ਕੇ ਮਹਾਰਾਜ ਦਾ ਧੜ ਰੱਖ ਕੇ ਉਹਨਾਂ ਸੰਸਕਾਰ ਕਰ ਦਿੱਤਾ। ਤੇ ਬਾਬਾ ਬਘੇਲ ਸਿੰਘ ਨੇ ਬਾਅਦ ਵਿੱਚ ਉਹ ਜਗ੍ਹਾ ਪ੍ਰਗਟ ਕੀਤੀ, ਗੁਰਦੁਆਰਾ ਰਕਾਬਗੰਜ ਸਾਹਿਬ ਉੱਥੇ ਸਜਾਇਆ ਗਿਆ, ਜਿਹੜਾ ਸਥਾਨ ਅੱਜ ਦਰਸ਼ਨ ਕਰਦੇ ਹਾਂ ਆਪਾਂ। ਤੇ ਉਸ ਵਕਤ ਜਦੋਂ 10ਵੇਂ ਪਾਤਸ਼ਾਹ ਜੀ ਦਾ ਇਹ ਸਵਾਲ ਸੀ ਕਿ ਕੀ ਕੋਈ ਸਿੱਖ ਨਹੀਂ ਸੀ ਉੱਥੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕਰ ਦਿੰਦਾ, ਜਦੋਂ ਔਰੰਗੇ ਨੇ ਆਖਿਆ ਹੁਕਮ ਦਿੱਤਾ, ਕਹਿੰਦੇ ਮਹਾਰਾਜ ਸਿੱਖਾਂ ਦੇ 1400 ਘਰ ਸਨ ਪਰ ਕੁਸਕਿਆ ਕੋਈ ਨਹੀਂ, ਲੁਕੇ ਰਹੇ। ਤੇ ਗੁਰੂ ਸਾਹਿਬ ਕਹਿੰਦੇ ਕਿ ਹੁਣ ਇਹੋ ਜਿਹਾ ਪੰਥ ਮੈਂ ਸਾਜਾਂਗਾ ਜਿਹੜਾ ਲੁਕਾਇਆ ਵੀ ਕਦੇ ਲੁਕ ਨਹੀਂ ਸਕੇਗਾ, ਜਿਹੜਾ ਸਦਾ ਹੀ ਪ੍ਰਗਟ ਰਹੇਗਾ। ਉਸ ਤੋਂ ਬਾਅਦ ਖਾਲਸੇ ਪੰਥ ਦੀ ਸਿਰਜਣਾ ਕੀਤੀ ਮੇਰੇ ਗੁਰਦੇਵ ਜੀ ਨੇ। ਇਸ ਕਰਕੇ ਭਾਈ ਰਤਨ ਸਿੰਘ ਕਹਿੰਦੇ ਨੇ ਵੀ ਖਾਲਸਾ ਤਾਂ ਮੁੱਢ ਤੋਂ ਜੰਮਦਿਆਂ ਹੀ ਕਹਿੰਦੇ ਕਦੇ ਨਹੀਂ ਲੁਕਦਾ। ਇੱਕ ਤਾਂ ਉਹਦਾ ਸੁਭਾਅ ਲੁਕਣ ਵਾਲਾ ਨਹੀਂ, ਕਿਉਂਕਿ ਸ਼ੇਰ ਵਾਲਾ ਸੁਭਾਅ ਹੈ ਨਾ, ਸ਼ੇਰ ਥੋੜਾ ਕਦੇ ਲੁਕਦਾ ਕਿਸੇ ਤੋਂ ਡਰ ਕੇ। ਤੇ ਉਹਨਾਂ ਨੇ ਉਦਾਹਰਣ ਦਿੱਤੀ, ਦਬ ਸੂਲਣ ਜੋ ਮੁਖ ਤਿੱਖ। ਜਿਹੜੀ ਦਬ ਹੁੰਦੀ ਹੈ ਨਾ, ਉਹਦਾ ਮੂੰਹ ਬੜਾ ਤਿੱਖਾ ਹੁੰਦਾ, ਉਹਦੀਆਂ ਸੂਲਾਂ ਦਾ ਹੱਥ ਪਾੜ ਦਿੰਦਾ ਹੈ। ਖਾਲਸਾ ਵੀ ਜਿਹੜਾ ਹੈ ਕਹਿੰਦੇ ਦਬ ਦੀਆਂ ਸੂਲਾਂ ਵਾਂਗੂ ਤਿੱਖਾ ਹੈ, ਉਹ ਕਦੇ ਲੁਕ ਨਹੀਂ ਸਕਦਾ। ਸਿੰਘਨ ਪੰਥ ਕਬ ਲੁਕ ਛਿਪ ਹੋਇਓ। ਭਾਈ ਰਤਨ ਸਿੰਘ ਕਹਿੰਦੇ ਸਿੰਘਾਂ ਦਾ ਜਿਹੜਾ ਪੰਥ ਹੈ ਭਾਈ, ਉਹ ਕਦੇ ਲੁਕਿਆ ਛਿਪਿਆ ਨਹੀਂ। ਸਿੰਘਨ ਪੰਥ ਕਬ ਲੁਕੈ ਲਕੋਇਓ। ਤੇ ਸਿੰਘਾਂ ਦਾ ਪੰਥ ਜਿਹੜਾ ਉਹ ਲੁਕਾਇਆ ਵੀ ਲੁਕ ਨਹੀਂ ਸਕਦਾ। ਕੀ ਅਸੀਂ ਆਪਣਾ ਸਿੱਖੀ ਸਰੂਪ ਲੁਕੋ ਲਵਾਂਗੇ? ਭਾਵੇਂ ਮੈਂ ਕਿਰਪਾਨ ਥੱਲੋਂ ਦੀ ਪਾਵਾਂ, ਅੱਜ ਕੱਲ੍ਹ ਸਾਨੂੰ ਡਰ ਵੈਸੇ ਬਹੁਤ ਲੱਗਦਾ ਹੈ, ਮੈਨੂੰ ਖਿਮਾ ਕਰ ਦਿਓ। ਸਾਡੇ ਰਾਗੀ ਪਾਠੀ ਭਾਈ ਜੀ ਵੀ ਲੁਕੋ ਕੇ ਪਾਉਂਦੇ ਥੱਲੇ ਜੀ ਕਰਕੇ ਨਾ, ਵੀ ਕਿਤੇ ਦਿਸ ਨਾ ਪਏ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ। ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਆਪਣਾ ਗੁਰੂ ਲੁਕੋ ਲਿਆ, ਉਹ ਜੀਵ ਰੂਪ ਇਸਤਰੀਆਂ ਬੁਰੀਆਂ ਨੇ, ਅਸੀਂ ਤਾਂ ਗੁਰੂ ਵੀ ਲੁਕੋ ਲੈਂਦੇ ਆ। ਗੁਰਦੁਆਰੇ ਆਏ ਤੇ ਫਤਿਹ ਬੁਲਾ ਲਈ ਤੇ ਲੋਕਾਂ ਵਿੱਚ ਸਤਿ ਸ੍ਰੀ ਅਕਾਲ। ਖੈਰ ਚਲੋ ਸਤਿ ਸ੍ਰੀ ਅਕਾਲ ਵੀ ਤਾਂ ਨਾਰਾ ਉਹੀ ਹੈ, ਪਰ ਹੁਕਮ ਤਾਂ ਫਤਿਹ ਬੁਲਾਉਣ ਦਾ ਨਾ। ਪਰ ਲੋਕਾਂ ਦੇ ਵਿੱਚ ਅਸੀਂ ਲੋਕਾਚਾਰੀ ਵਿੱਚ ਬਦਲ ਜਾਂਦੇ ਆ ਵੀ ਲੋਕ ਕੀ ਕਹਿਣਗੇ, ਵੀ ਫਤਿਹ ਬੁਲਾ ਦਿੱਤੀ। ਉਹ ਭਲਿਆ ਤੇਰਾ ਭਲਾ ਹੋ ਜਾਏਗਾ, 2 ਵਾਰੀ ਵਾਹਿਗੁਰੂ ਬੋਲੇਗਾ, ਰੱਬ ਤਾਂ ਚੇਤੇ ਆਏਗਾ। ਪਰ ਸਾਡੀ ਮਨੋਬਿਰਤੀ ਇਹੋ ਜਿਹੀ ਬਣ ਗਈ ਹੈ, ਅਸੀਂ ਗੁਰੂ ਲੁਕੋ ਲਿਆ ਆਪਣਾ। ਤੇ ਸਾਧ ਸੰਗਤ ਜੀ ਕਿਰਪਾਨ ਥੱਲੇ ਪਾ ਕੇ ਗੁਰੂ ਤਾਂ ਲੁਕੋ ਲਵਾਂਗੇ, ਪਰ ਮਹਾਰਾਜ ਕਹਿੰਦੇ ਜਿਹੜਾ ਸਰੂਪ ਗੁਰੂ ਨੇ ਤੈਨੂੰ ਦਿੱਤਾ ਇਹ ਥੋੜਾ ਲੁਕੋ ਲਏਗਾ। ਇਸ ਕਰਕੇ ਜਿਹੜਾ ਸਰੂਪ ਮੇਰੇ ਗੁਰੂ ਨੇ ਬਖਸ਼ਿਆ ਉਹ ਇਸੇ ਤਰ੍ਹਾਂ ਹੀ ਪ੍ਰਗਟ ਰਹਿਣਾ ਚਾਹੀਦਾ। ਖਾਲਸਾ ਪੰਥ ਕਦੇ ਲੁਕਾਇਆ ਲੁਕ ਨਹੀਂ ਸਕਦਾ। ਸਿੰਘਨ ਪੰਥ ਜੁਦ ਕੋ ਭਇਓ। ਭਾਈ ਗਰਜਾ ਸਿੰਘ ਬੋਤਾ ਸਿੰਘ ਦੀ ਸ਼ਹਾਦਤ ਵੀ ਇਸੇ ਗੱਲ ਪਿੱਛੇ ਹੋਈ ਨਾ। ਤੁਰਕ ਦਾ ਗੱਲ ਕਰਦੇ ਸਨ ਆਪਸ ਦੇ ਵਿੱਚ, ਉਥੋਂ ਲੰਘਦੇ ਰਾਹਗੀਰ, ਵੀ ਸਿੰਘ ਤਾਂ ਲੁਕ ਛਿਪ ਗਏ। ਉਹਨਾਂ ਨੂੰ ਗੱਲ ਅੰਦਰੋਂ ਟੁੰਬ ਗਈ, ਇਹ ਕਿੱਦਾਂ ਹੋ ਸਕਦਾ ਵੀ ਸਿੰਘ ਲੁਕ ਜਾਣ?
ਉਹ ਦੋਨੇ ਜਾਣੇ ਹੀ ਉੱਥੇ ਹੱਥ ਦੇ ਵਿੱਚ ਲੈ ਕੇ ਸੋਟੇ ਤੇ ਖਲੋ ਗਏ ਤੇ ਉਹਨਾਂ ਨੇ ਟੈਕਸ ਲਾ ਦਿੱਤਾ, ਜਾਓ ਜਾ ਕੇ ਦੱਸ ਦਿਓ ਖਾਨ ਨੂੰ ਕਿ ਸਿੰਘ ਹਲੇ ਵੀ ਜਿਉਂਦੇ ਨੇ। ਸਿੰਘ ਥੋੜ੍ਹਾ ਲੁਕਦੇ ਨੇ ਕਦੇ। ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਦੋਵਾਂ ਸਿੰਘਾਂ ਨੇ ਜੰਗ ਕੀਤਾ ਤੇ ਸ਼ਹਾਦਤ ਦਾ ਜਿਹੜਾ ਜਾਮ ਸੀ ਉਹ ਪ੍ਰਾਪਤ ਕਰ ਗਏ। ਇਸ ਕਰਕੇ ਜਿਹੜਾ ਖਾਲਸਾ ਪੰਥ ਹੈ ਉਹ ਯੁੱਧ ਕਰਨ ਵਾਸਤੇ ਗੁਰੂ ਸਾਹਿਬ ਨੇ ਪ੍ਰਗਟ ਕੀਤਾ ਹੈ। ਸਿੰਘਾਂ ਨੇ ਸ਼ਸਤਰਾਂ ਦੇ ਨਾਲ ਜਨਮ ਧਾਰਨ ਕੀਤਾ ਹੈ। ਸਿੰਘਾਂ ਨੂੰ ਸਤਿਗੁਰੂ ਕਲਗੀਧਰ ਜੀ ਨੇ ਖੰਡੇ ਦੀ ਪਾਉਲ ਬਖਸ਼ਿਸ਼ ਕੀਤੀ ਹੈ। ਸਿੰਘਾਂ ਨੇ ਗੁੜਤੀ ਵੀ ਖੰਡੇ ਦੀ ਲਈ ਹੈ। ਦੋ ਪੱਖ ਨੇ, ਇੱਕ ਜਿਹੜੀ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਜਦੋਂ ਬੱਚਾ ਜਨਮਦਾ ਹੈ ਤੇ ਉਦੋਂ ਸ੍ਰੀ ਜਪਜੀ ਸਾਹਿਬ ਜੀ ਦਾ ਸੰਪੂਰਨ ਪਾਠ ਕਰਕੇ ਅੰਮ੍ਰਿਤ ਤਿਆਰ ਕਰਕੇ ਅੰਮ੍ਰਿਤ ਦੀ ਗੁੜਤੀ ਦਿੱਤੀ ਜਾਂਦੀ ਹੈ ਮਾਂ ਦਾ ਦੁੱਧ ਪਿਆਉਣ ਤੋਂ ਪਹਿਲਾਂ। ਭਾਵੇਂ ਅਸੀਂ ਗੱਲ ਭੁੱਲ ਗਏ, ਅਸੀਂ ਬਾਅਦ ਵਿੱਚ ਅੰਮ੍ਰਿਤ ਛਕਾਉਣਾ ਸ਼ੁਰੂ ਕਰ ਦਿੱਤਾ, ਪਤਾ ਨਹੀਂ 13ਵਾਂ 14ਵਾਂ ਜਿਹੜਾ 14ਵਾਂ ਹੁੰਦਾ ਉਹਦੇ ਚੱਕਰ 'ਚ ਅਸੀਂ ਵੀ ਪੈ ਗਏ। ਜਿਹੜੇ ਕੰਮ ਪੰਡਤ ਕਰਦੇ ਰਹੇ ਉਹ ਕੰਮ ਖੈਰ ਅਸੀਂ ਵੀ ਕਰਨੇ ਸ਼ੁਰੂ ਕਰ ਦਿੱਤੇ। ਨਾ ਜੀ, ਆਹ 13-14 ਦਿਨ ਲੰਘਣਗੇ ਫਿਰ ਛਕਾਵਾਂਗੇ। ਪਰ ਰਹਿਤ ਮਰਿਆਦਾ ਜਿਹੜੀ ਇਹ ਸੀ ਕਿ ਬੱਚੇ ਦਾ ਜਨਮ ਹੁੰਦਿਆਂ ਸਾਰ ਉਹਨੂੰ ਪਹਿਲਾਂ ਅੰਮ੍ਰਿਤ ਛਕਾਇਆ ਜਾਏ ਮਾਂ ਦੇ ਦੁੱਧ ਤੋਂ ਪਹਿਲਾਂ। ਇਹ ਰਹਿਤ ਮਰਿਆਦਾ ਬਣਾਈ ਗਈ। ਅਸੀਂ ਕੰਮ ਪਤਾ ਕਿਹੜਾ ਕੀਤਾ ਵੀ ਅਸੀਂ ਕਿਉਂ ਅੰਮ੍ਰਿਤ ਲੇਟ ਛਕਾਉਨੇ ਆ? ਅਸੀਂ ਮੰਨਦੇ ਹਾਂ ਸੂਤਕ ਪਾਤਕ। ਸੂਤਕ ਪਾਤਕ ਦਾ ਮਤਲਬ ਹੈ ਕਿ ਜਦੋਂ ਬੱਚਾ ਜੰਮਦਾ ਹੈ, ਹਿੰਦੂ ਮੱਤ ਦੇ ਵਿੱਚ, ਸਨਾਤਨ ਮੱਤ ਦੇ ਵਿੱਚ ਇਹ ਰੀਤ ਹੈ, ਉਹ ਮਾਂ ਤੇ ਬੱਚੇ ਨੂੰ ਅਪਵਿੱਤਰ ਮੰਨਦੇ ਨੇ। ਕੋਈ ਚੜ੍ਹਾਈ ਕਰ ਜਾਏ ਉੱਥੇ ਵੀ ਉਹ ਸੂਤਕ ਪਾਤਕ ਮੰਨਦੇ ਨੇ। ਇਹ ਦੋ ਚੀਜ਼ਾਂ ਉਹ ਮੰਨਦੇ ਨੇ। ਤਾਂ ਹੀ ਤਾਂ ਗੁਰੂ ਸਾਹਿਬ ਨੂੰ ਕਹਿਣਾ ਪਿਆ ਗੋਹਾ ਅਤੇ ਲੱਕੜੀ ਅੰਦਰ ਕੀੜਾ ਹੋਏ। ਜਿਹੜਾ ਗੋਹਾ ਹੈ ਜਾਂ ਲੱਕੜ ਤੁਸੀਂ ਬਾਲਦੇ ਹੋ ਚੁੱਲ੍ਹੇ ਵਿੱਚ, ਕੀੜੇ ਹੁੰਦੇ ਨਾ ਉਹਦੇ ਵਿੱਚ ਸੜਦੇ ਨੇ ਨਾ। ਮਹਾਰਾਜ ਕਹਿੰਦੇ ਵੀ ਉੱਥੇ ਤਾਂ ਵੀ ਸੂਤਕ ਪਾਤਕ ਕਿਉਂ ਨਹੀਂ ਮੰਨਦੇ? ਉੱਥੇ ਤਾਂ ਆਪਣਾ ਮਤਲਬ ਹੈ ਵੀ ਮੈਂ ਪ੍ਰਸ਼ਾਦਾ ਛਕਣਾ, ਉੱਥੇ ਸੂਤਕ ਪਾਤਕ ਨਹੀਂ। ਪਰ ਬੱਚਾ ਜੰਮ ਪਿਆ ਤੇ ਕੋਈ ਚੜ੍ਹਾਈ ਕਰ ਗਿਆ ਫਿਰ ਸੂਤਕ ਤੇ ਪਾਤਕ ਹੋ ਗਿਆ। ਗੁਰੂ ਸਾਹਿਬ ਨੇ ਇਹ ਵਹਿਮ ਭਰਮ ਤੋੜਨ ਵਾਸਤੇ ਸਾਨੂੰ ਇਹ ਮਰਿਆਦਾ ਬਣਾ ਦਿੱਤੀ। ਅਸੀਂ ਮਰਿਆਦਾ ਤਾਂ ਉਹ ਰੱਖ ਲਈ ਪਰ ਬਦਲ ਦਿੱਤੀ। ਬਦਲੀ ਇਉਂ, ਬੱਚੇ ਨੇ ਜਨਮ ਲਿਆ, ਮੈਨੂੰ ਪਤਾ ਨਹੀਂ 13ਵਾਂ ਹੁੰਦਾ ਕਿ 14ਵਾਂ ਹੁੰਦਾ, ਬੱਚੇ ਨੂੰ ਅੰਮ੍ਰਿਤ ਉਦੋਂ ਛਕਾਉਣਾ ਸ਼ੁਰੂ ਕਰ ਦਿੰਦੇ ਨੇ। ਉਦੋਂ ਛਕਾਇਆ ਗਿਆ ਜੀ ਅੰਮ੍ਰਿਤ, ਵੀ ਅੱਜ ਅੰਮ੍ਰਿਤ ਛਕਾ ਦਿੱਤਾ। ਤੇ ਗੁੜਤੀ ਕਦੀ ਦਾਦੀ ਨੇ ਦੇ ਦਿੱਤੀ, ਦਾਦੇ ਨੇ ਦੇ ਦਿੱਤੀ, ਫਲਾਣੇ ਨੇ ਦੇ ਦਿੱਤੀ, ਢਮਕਾਣੇ ਨੇ ਦੇ ਦਿੱਤੀ, ਵੀ ਗੁੜਤੀ ਦੇ ਦਿੱਤੀ। ਇਹ ਸਰਾਸਰ ਅਸੀਂ ਗਲਤ ਰਾਹੇ ਪੈ ਗਏ। ਅਸੀਂ ਸੂਤਕ ਪਾਤਕ ਅੱਜ ਵੀ ਮੰਨਦੇ ਹਾਂ, ਭਾਵੇਂ ਅਸੀਂ ਸਿੱਖ ਬਣੀ ਬੈਠੇ ਹਾਂ। ਅਸਲ ਮਰਿਆਦਾ ਜਿਹੜੀ ਹੈ ਉਹ ਇਹ ਹੈ, ਭਾਵੇਂ ਰਹਿਤਨਾਮਾ ਪੜ੍ਹਦੇ ਹੋ। ਰਹਿਤਨਾਮੇ ਦਾ ਮਤਲਬ ਹੁੰਦਾ ਰਹਿਣੀ ਬਹਿਣੀ ਦੀ ਲਿਖਤੀ, ਜਿਹੜੀ 10ਵੇਂ ਪਾਤਸ਼ਾਹ ਨੇ ਸਾਡੇ ਲਈ ਲਿਖੀ ਹੈ। ਉਹਦੇ ਵਿੱਚ ਮਰਿਆਦਾ ਇਹ ਲਿਖੀ ਗਈ ਕਿ ਬੱਚਾ ਜਨਮ ਲਏ, ਸਭ ਤੋਂ ਪਹਿਲਾਂ ਉਹਨੂੰ ਖੰਡੇ ਬਾਟੇ ਦੀ ਪੌਲ ਛਕਾਈ ਜਾਏ, ਉਹਨੂੰ ਖੰਡੇ ਦੀ ਗੁੜਤੀ ਦਿੱਤੀ ਜਾਏ ਮਾਂ ਦੇ ਦੁੱਧ ਤੋਂ ਪਹਿਲਾਂ। ਇਸ ਕਰਕੇ ਇਸ ਮਰਿਆਦਾ ਨੂੰ ਸਮਝੀਏ ਤੇ ਘਰਾਂ ਵਿੱਚ ਲਾਗੂ ਕਰਨ ਦਾ ਯਤਨ ਕਰੀਏ ਤੇ ਆ ਜਿਹੜੇ ਚੱਕਰ ਅਸੀਂ ਪਾਏ ਹੋਏ ਨੇ ਇਹਨਾਂ ਚੋਂ ਬਾਹਰ ਨਿਕਲੀਏ। ਸਾਧ ਸੰਗਤ ਜੀਓ, ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਖਾਲਸੇ ਨੂੰ ਪਹਿਲਾਂ ਗੁੜਤੀ ਦਿੱਤੀ ਖੰਡੇ ਦੀ, ਵੀ ਜਦੋਂ ਬੱਚਾ ਜਨਮੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਅੰਮ੍ਰਿਤ ਪਾਨ ਕਰਾਇਆ ਜਾਏ, ਉਹਦੇ ਮੁਖ ਵਿੱਚ ਕਿਰਪਾਨ ਨਾਲ ਅੰਮ੍ਰਿਤ ਦੀਆਂ 5 ਬੂੰਦਾਂ ਪਾਈਆਂ ਜਾਣ, ਇਹ ਗੁੜਤੀ ਦਿਓ। ਉਸ ਤੋਂ ਬਾਅਦ ਫਿਰ ਸਤਿਗੁਰਾਂ ਦਾ ਹੁਕਮ ਹੋਇਆ ਕਿ ਖੰਡੇ ਬਾਟੇ ਦੀ ਪਾਉਲ ਛਕੋ। ਜਦੋਂ ਸਿਆਣੇ ਹੋ ਜਾਓ, ਸਮਝਦਾਰ ਹੋ ਜਾਓ, ਸੋਝੀ ਆ ਜਾਏ, ਫਿਰ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰ ਲਓ। ਸਿਰ ਪਰ ਚੱਕਰ ਕਰਦੇ ਧਾਰੇ, ਖਾਲਸਾ ਪੰਥ ਦਮਾਲੇ ਸਜਾਉਂਦਾ ਹੈ, ਸਿਰ ਦੇ ਉੱਪਰ ਚੱਕਰ ਕਰਦਾ ਆਦਿਕ ਧਾਰਨ ਕਰਦਾ ਹੈ। ਵਹਿ ਲੁਕੈ ਜਿਮ ਸ਼ੇਰ ਨਖ ਵਾਰੈ, ਜਿਵੇਂ ਕਹਿੰਦੇ ਨਖਾਂ ਵਾਲਾ, ਨੌਂਦਰਾਂ ਵਾਲਾ, ਨੂਹਾਂ ਵਾਲਾ ਸ਼ੇਰ ਨਹੀਂ ਲੁਕਦਾ, ਇਸੇ ਪ੍ਰਕਾਰ ਖਾਲਸਾ ਪੰਥ ਕਿਵੇਂ ਲੁਕ ਛਿਪ ਸਕਦਾ ਹੈ। ਸਤਿਗੁਰ ਪੂਰੇ, ਇਸ ਤਰ੍ਹਾਂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਹੈ। ਖਾਤਰ ਕਰਨ ਜ਼ਰੂਰੇ, ਤੇ ਖਾਲਸਾ ਪੰਥ ਜੰਗ ਕਰਨ ਦੀ ਖਾਤਰ 10ਵੇਂ ਪਾਤਸ਼ਾਹ ਨੇ ਪੈਦਾ ਕੀਤਾ ਹੈ। ਕਹਿੰਦੇ ਜੰਗ ਤੋਂ ਬਿਨਾ, ਸ਼ਸਤਰ ਖੜਕਾਣ ਤੋਂ ਬਿਨਾ ਕਿਸੇ ਨੂੰ ਪਾਤਸ਼ਾਹੀ ਜਿਹੜੀ ਉਹ ਪ੍ਰਾਪਤ ਨਹੀਂ ਹੋ ਸਕਦੀ। ਆਦ ਤੋਂ ਹੀ ਸਤਿਗੁਰਾਂ ਨੇ ਯੁੱਧ ਦੀ ਜਿਹੜੀ ਵਿਧੀ ਹੈ ਉਹ ਉਠਾ ਲਈ, ਯੁੱਧ ਦਾ ਤਰੀਕਾ ਧਾਰਨ ਕਰ ਲਿਆ ਕਿ ਪਾਤਸ਼ਾਹੀ ਜਿਹੜੀ ਹੈ, ਕਿਉਂਕਿ ਧਰਮ
ਜਿਹੜਾ ਰਾਜ ਹੈ, ਦੋ ਸ਼ਬਦ ਨੇ, ਧਰਮ ਹੈ ਤੇ ਰਾਜ ਹੈ। ਰਾਜ ਤੋਂ ਬਿਨਾ ਧਰਮ ਨਹੀਂ ਚੱਲਦਾ, ਧਰਮ ਉਸੇ ਦਾ ਹੀ ਚੱਲਣਾ ਜਿਹਦਾ ਰਾਜ ਹੈ। ਤੇ ਪਰ ਧਰਮ ਤੋਂ ਬਿਨਾ ਮਨੁੱਖ ਦਾ ਭਲਾ ਨਹੀਂ ਹੁੰਦਾ। ਇਹ ਨਹੀਂ ਵੀ ਇਕੱਲਾ ਰਾਜ ਕਰੋ ਤੇ ਧਰਮ ਦੂਜੇ ਤੇ ਥੋਪਣਾ ਸ਼ੁਰੂ ਕਰ ਦਿਓ, ਇੱਦਾਂ ਵੀ ਗੱਲ ਨਹੀਂ ਬਣਦੀ। ਔਰੰਗਜ਼ੇਬ ਕੋਲ ਰਾਜ ਸੀ, ਧਰਮ ਥੋਪਣਾ ਚਾਹੁੰਦਾ ਸੀਗਾ। ਮਹਾਰਾਜਾ ਰਣਜੀਤ ਸਿੰਘ ਕੋਲ ਰਾਜ ਸੀ, ਉਹਨੇ ਧਰਮ ਨਹੀਂ ਥੋਪਿਆ। ਕਹਿੰਦਾ ਮੇਰੇ ਰਾਜ ਵਿੱਚ ਸਾਰੇ ਇੱਕੋ ਜਿਹੀ ਤਰ੍ਹਾਂ, ਇੱਕੋ ਸਰੂਪ ਵਿੱਚ ਆਪਣੀ ਮਰਜ਼ੀ ਨਾਲ ਰਹਿ ਸਕਦੇ ਨੇ, ਮੈਨੂੰ ਕੋਈ ਇਤਰਾਜ਼ ਨਹੀਂ। ਉਹਨਾਂ ਦੀ ਫੌਜ ਵਿੱਚ ਹਰ ਇੱਕ ਧਰਮ ਦਾ ਜਿਹੜਾ ਸਾਧ ਸੰਗਤ ਪੁਰਸ਼ ਸੀਗਾ ਉਹ ਰਹਿੰਦਾ ਸੀ। ਉਹਨੂੰ ਆਪਣੇ ਧਰਮ ਦੇ ਮੁਤਾਬਕ ਆਜ਼ਾਦੀ ਸੀ, ਹਰ ਤਰ੍ਹਾਂ ਦਾ ਉਹ ਕਰਮ ਕਰ ਸਕਦਾ ਸੀਗਾ। ਮਹਾਰਾਜਾ ਰਣਜੀਤ ਸਿੰਘ ਦਾ ਹਲੇਮੀ ਰਾਜ ਸੀ, ਜਿਸ ਹਲੇਮੀ ਰਾਜ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਦੇ ਨੇ। ਇਸ ਕਰਕੇ ਦਸਵੇਂ ਪਾਤਸ਼ਾਹ ਜੀ ਦਾ ਇਹ ਵਿਚਾਰ ਸੀ ਕਿ ਯੁੱਧ ਤੋਂ ਬਿਨਾ ਪਾਤਸ਼ਾਹੀ ਨਹੀਂ ਮਿਲਦੀ ਤੇ ਪਾਤਸ਼ਾਹੀ ਤੋਂ ਬਿਨਾ ਧਰਮ ਪ੍ਰਚੰਡ ਨਹੀਂ ਹੋ ਸਕਦਾ। ਗੁਰੂਨ ਮਦ ਪਾਤਸ਼ਾਹ ਤੇ ਵਧਿਓ ਹੋਤੋ ਤੋ ਵੈਰ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਤੇ ਸਮੇਂ ਦੇ ਬਾਦਸ਼ਾਹਾਂ ਦੇ ਵਿੱਚ ਇਦਾਂ ਵੈਰ ਵੱਧ ਗਿਆ ਹੌਲੀ ਹੌਲੀ, ਜਦੋਂ ਸਮੇਂ ਦੇ ਬਾਦਸ਼ਾਹ ਜ਼ੁਲਮ ਕਰਨ ਲੱਗ ਪਏ। ਗੁਰ ਤੇਗ ਬਹਾਦਰ ਸਿਰ ਦਿਓ ਉਨ ਸਿੱਖ ਕਰੈ ਕਿਮ ਖੈਰ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸਾਹਿਬ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਤੇ ਸਿੱਖ ਉਹਨਾਂ ਦੀ ਖੈਰ ਕਿਵੇਂ ਕਰ ਸਕਦੇ ਹਨ। ਜੋ ਪਈ ਗੁਰ ਤੇਗ ਬਹਾਦਰ ਦੇ ਦਿੱਲੀ ਲਾਏ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਦੇਹ ਜਿਹੜੀ ਉਹ ਦਿੱਲੀ ਵਿੱਚ ਤਿਆਗ ਕੇ ਤੇ ਆਪਣਾ ਸੀਸ ਤੁਰਕਾਂ ਦੇ ਸਿਰ ਲਾ ਕੇ ਬਲੀਦਾਨ ਦਿੱਤਾ ਹੈ। ਜੜ ਉਖੜਾਏ। ਮਹਾਨ ਸ਼ਹਾਦਤ ਦੇ ਕੇ ਦਿੱਲੀ ਦਾ ਜਿਹੜਾ ਮਾਲਕ ਔਰੰਗਜ਼ੇਬ ਉਹਦੀਆਂ ਜੜ੍ਹਾਂ ਉਖੇੜ ਦਿੱਤੀਆਂ ਹਨ। ਗੋਬਿੰਦ ਸਿੰਘ ਸੋ ਲੱਖ ਲਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾਣ ਲਿਆ ਹੈ। ਜੜ ਸੁੱਕ ਸੋ ਗਈ। ਸਤਿਗੁਰੂ ਜੀ ਕਹਿੰਦੇ ਤੁਰਕਾਂ ਦੀ ਹੁਣ ਜੜ ਜਿਹੜੀ ਹੈ ਨਾ ਇਹ ਸੁੱਕ ਗਈ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਤੇ ਸਮਝੋ ਤੁਰਕਾਂ ਦੀ ਜੜ ਸੁੱਕ ਗਈ ਹੈ। ਜਿੰਨੀ ਦੇਰ ਤੱਕ ਦਰਖਤ ਖੜਿਆ ਰਵੇ ਨਾ, ਭਾਵੇਂ ਸੁੱਕ ਜਾਏ, ਉਹ ਡਿੱਗਦਾ ਨਹੀਂ। ਡਿੱਗਦਾ ਦੋ ਤਰੀਕਿਆਂ ਨਾਲ ਹੈ। ਇੱਕ ਤਾਂ ਜਦੋਂ ਖਸਤਾ ਹੋ ਜਾਏ ਤੇ ਹਨੇਰੀ ਚੱਲੇ ਤੇ ਡਿੱਗ ਪੈਂਦਾ, ਤੇ ਦੂਜਾ ਜਾਂ ਉਹਨੂੰ ਵੱਢ ਦਿਓ। ਸੋ ਇਸੇ ਪ੍ਰਕਾਰ ਬਿਨਾਂ ਖੋਖਲਾ ਹੋਇਆਂ ਜਾਂ ਬਿਨਾਂ ਕੱਟਿਆਂ ਕੋਈ ਦਰਖਤ ਧਰਤੀ ਤੇ ਨਹੀਂ ਡਿੱਗਦਾ, ਭਾਵੇਂ ਉਹ ਸੁੱਕ ਜਾਏ। ਜਦੋਂ ਖੋਖਲਾ ਹੋ ਜਾਏ ਤੇ ਭਾਈ ਰਤਨ ਸਿੰਘ ਕਹਿੰਦੇ ਜਦੋਂ ਤੇਜ਼ੀ ਨਾਲ ਪੌਣ ਵਗਦੀ ਹੈ ਤੇ ਦਰਖਤ ਗਿਰ ਜਾਂਦੇ ਹਨ। ਦਸਵੇਂ ਪਾਤਸ਼ਾਹ ਜੀ ਨੇ ਆਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਤੁਰਕਾਂ ਦੀ ਜੜ ਸੁੱਕ ਗਈ। ਹੁਣ ਖੰਡੇ ਰੂਪੀ ਪੌਣ ਤੇਜ਼ੀ ਨਾਲ ਚਲਾ ਦਈਏ ਤਾਂ ਕਿ ਤੁਰਕ ਰੂਪੀ ਜਿਹੜਾ ਇਹ ਵੱਡਾ ਦਰਖਤ ਹੈ ਇਹ ਧਰਤੀ ਉੱਪਰ ਡਿੱਗ ਜਾਵੇ। ਇਸ ਤਰੀਕੇ ਦੇ ਨਾਲ ਮਾਰ ਕੇ ਇਹਨਾਂ ਨੂੰ ਧਰਤੀ ਤੇ ਸੁੱਟ ਕੇ ਨਾਸ਼ ਕਰ ਦਈਏ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖੰਡਾ ਹੱਥ ਵਿੱਚ ਫੜ ਲਿਆ। ਕਹਿਣ ਲੱਗੇ ਕਿ ਤੁਰਕ ਪਾਤਸ਼ਾਹੀ ਕਰਨ ਦੇ ਯੋਗ ਨਹੀਂ ਰਹਿ ਗਏ, ਨਿਕੰਮੇ ਹੋ ਗਏ, ਇਹਨਾਂ ਨੂੰ ਮਾਰ ਕੇ ਇਹਨਾਂ ਕੋਲੋਂ ਪਾਤਸ਼ਾਹੀ ਖੋਹ ਲੈਣੀ ਹੈ। ਫਿਰ ਦਸਵੇਂ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰ ਕੀਤੀ ਹੈ। ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਦੁਨਿਆਵੀ ਪਾਤਸ਼ਾਹੀ ਇਹ ਤਾਂ ਨਿਕੰਮੀ ਪਾਤਸ਼ਾਹੀ ਹੈ, ਅਸੀਂ ਇਹ ਪਾਤਸ਼ਾਹੀ ਕੀ ਕਰਨੀ ਹੈ। ਸਾਡੇ ਘਰ ਵਿੱਚ ਤਾਂ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਹੈ। ਜਿਹੜੀ ਪਾਤਸ਼ਾਹੀ ਸਾਡੇ ਕੋਲ ਹੈ ਨਾ ਗੁਰੂ ਨਾਨਕ ਸਾਹਿਬ ਜੀ ਵਾਲੀ, ਇਸ ਪਾਤਸ਼ਾਹੀ ਦੇ ਸਾਹਮਣੇ ਤਾਂ ਦੁਨੀਆ ਦੇ ਪਾਤਸ਼ਾਹ ਆ ਕਰਕੇ ਵੀ ਚਰਨੀ ਲੱਗਦੇ ਨੇ, ਨਿਭਦੇ ਹਨ। ਸਾਨੂੰ ਜਿਹੜੀ ਦੁਨਿਆਵੀ ਪਾਤਸ਼ਾਹੀ ਦੀ ਕੀ ਪਰਵਾਹ ਹੈ, ਅਸੀਂ ਦੁਨਿਆਵੀ ਪਾਤਸ਼ਾਹੀ ਦੀ ਪਰਵਾਹ ਨਹੀਂ ਕਰਦੇ, ਤਾਂ ਨਿਕੰਮੀ ਪਾਤਸ਼ਾਹੀ ਨਾਸ਼ਵੰਤ ਹੈ। ਹਾਂ, ਅਸੀਂ ਪਾਤਸ਼ਾਹੀ ਤੁਰਕਾਂ ਕੋਲੋਂ ਲਵਾਂਗੇ ਜ਼ਰੂਰ। ਮਹਾਰਾਜ ਕਹਿੰਦੇ ਵੀ ਪਾਤਸ਼ਾਹੀ ਲੈਣੀ ਜ਼ਰੂਰ ਹੈ, ਅਸੀਂ ਨਹੀਂ ਰੱਖਣੀ, ਇਹ ਤਾਂ ਨਿਕੰਮੀ ਹੈ, ਪਰ ਅਸੀਂ ਇਹ ਪਾਤਸ਼ਾਹੀ ਉਠਾ ਕੇ ਆਪਣੇ ਸਿੱਖਾਂ ਦੀ ਝੋਲੀ ਵਿੱਚ ਪਾ ਦਿਆਂਗੇ। ਸਤਿਗੁਰ ਚਿਤ ਮਦ ਇਮ ਠਟੀ ਦਈਏ ਰਾਜਨ ਰਾਜ ਉਠਾਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਪਹਿਲਾਂ ਮਨ ਵਿੱਚ ਵਿਚਾਰ ਕੀਤੀ ਕਿ ਇਹ ਜਿਹੜਾ ਰਾਜ ਭਾਗ ਹੈ
ਇਹ ਅਸੀਂ ਉਠਾ ਕੇ ਰਾਜਪੂਤ ਰਾਜਿਆਂ ਨੂੰ ਦੇ ਦਿੰਦੇ ਹਾਂ। ਸਭ ਰਾਜਨ ਇਹ ਪਰਬਤੇ ਦਇਆ ਖੰਡੋ ਫੜਵਾਏ। ਜਿੰਨੇ ਵੀ ਇਹ ਪਰਬਤੀ ਰਾਜੇ ਨੇ ਇਹਨਾਂ ਨੂੰ ਖੰਡਾ ਫੜਾ ਦਿੰਨੇ ਆ ਤੇ ਇਹਨਾਂ ਨੂੰ ਰਾਜ ਭਾਗ ਲੈ ਕੇ ਦੇ ਦਿੰਨੇ ਆ ਵੀ ਚਲੋ ਤੁਸੀਂ ਹਿੰਦੁਸਤਾਨ ਦਾ ਰਾਜ ਭਾਗ ਜਿਹੜਾ ਹੈ ਇਹਨੂੰ ਪ੍ਰਾਪਤ ਕਰ ਲਓ। ਜੋ ਪਏ ਫਿਰ ਸਤਿਗੁਰੂ ਚਿਤ ਸੋਜੀ ਆਏ। ਫਿਰ ਸਤਿਗੁਰਾਂ ਦੇ ਮਨ ਦੇ ਵਿੱਚ ਇਹ ਵਿਚਾਰ ਆਈ ਹੈ ਕਬ ਸਿੱਖ ਬਨੇ ਹਮ ਆਏ ਕਿ ਇਹ ਸਾਡੇ ਸਿੱਖ ਕਦੇ ਵੀ ਨਹੀਂ ਬਣਨਗੇ ਜਿਨ੍ਹਾਂ ਨੂੰ ਅਸੀਂ ਰਾਜ ਭਾਗ ਦੇ ਦਈਏ। ਇਹਨਾਂ ਦਾ ਫਿਰ ਜ਼ੁਲਮ ਕਰਨਾ ਸ਼ੁਰੂ ਕਰ ਦੇਣਾ, ਇਹਨਾਂ ਵਿੱਚ ਸਿੱਖੀ ਵਾਲੀ ਮੱਤ ਹੀ ਨਹੀਂ ਰਹਿਣੀ। ਇਸ ਕਰਕੇ ਇਹਨਾਂ ਨੂੰ ਰਾਜ ਭਾਗ ਦੇਣ ਦਾ ਕੋਈ ਲਾਭ ਨਹੀਂ ਹੈ। ਨਿਆਮਤ ਈਮ ਕਿਮ ਦਇਐ। ਮਹਾਰਾਜ ਕਹਿੰਦੇ ਜਿਹੜੀ ਮੁਫਤ ਦੀ ਨਿਆਮਤ ਹੈ ਨਾ, ਇਸ ਤਰ੍ਹਾਂ ਅਸੀਂ ਇਹਨਾਂ ਨੂੰ ਕਿਵੇਂ ਦੇ ਸਕਦੇ ਹਾਂ। ਬੇਗਾਨੇ ਮੁਖ ਚਪਈਐ। ਜਿਹੜਾ ਬੇਗਾਨਾ ਪੁੱਤਰ ਹੋਵੇ ਉਹਦਾ ਮੁਖ ਆਪਾਂ ਕਿਵੇਂ ਚੁੰਮ ਸਕਦੇ ਹਾਂ, ਕਿਉਂਕਿ ਉਹਦਾ ਸੁਭਾਅ ਤਾਂ ਉਹੀ ਰਹਿਣਾ ਨਾ। ਇਸ ਕਰਕੇ ਇਹ ਜਿਹੜੇ ਪਰਬਤੀ ਪਹਾੜੀ ਰਾਜੇ ਨੇ ਇਹਨਾਂ ਦਾ ਸੁਭਾਅ ਵੀ ਇਦਾਂ ਦਾ ਆ, ਇਹ ਨਹੀਂ ਬਦਲ ਸਕਦੇ ਭਾਵੇਂ ਅਸੀਂ ਇਹਨਾਂ ਨੂੰ ਰਾਜ ਭਾਗ ਦੇ ਦਈਏ। ਪੱਥਰ ਪੂਜਕ ਭਿਜਨਾ ਨੀਰੋ। ਸਤਿਗੁਰੂ ਕਹਿੰਦੇ ਪੱਥਰ ਪੂਜਕ ਨੇ, ਪੱਥਰਾਂ ਨੂੰ ਪੂਜਣ ਵਾਲੇ। ਜਿਵੇਂ ਪੱਥਰ ਪਾਣੀ ਦੇ ਵਿੱਚ ਰੱਖ ਦਿਓ, ਭਾਵੇਂ 12 ਸਾਲ ਰੱਖੋ ਭਿੱਜਦਾ ਨਹੀਂ। ਇਨ ਬਿਨ ਇਸੇ ਪ੍ਰਕਾਰ ਪੱਥਰ ਪੂਜ ਕੇ ਇਹਨਾਂ ਦੀ ਮਤ ਪੱਥਰ ਬਣ ਗਈ ਹੈ ਤੇ ਇਹਨਾਂ ਦਾ ਜਿਹੜਾ ਮਨ ਸੱਚ ਧਰਮ ਦੇ ਵਿੱਚ ਕਦੇ ਵੀ ਭਿੱਜੇਗਾ ਨਹੀਂ। ਆਦ ਕ੍ਰਿਤ ਕਣ ਕਰ ਗੁਰ ਤੀਰੋ। ਇਹ ਤਾਂ ਆਦ ਤੋਂ ਮੁੱਢ ਤੋਂ ਹੀ ਲੈ ਕੇ ਹੁਣ ਤੱਕ ਗੁਰੂ ਘਰ ਦੇ ਨਾਲ ਅਕਿਰਤ ਘਣਤਾ ਕਰਦੇ ਆਏ ਨੇ। 10ਵੇਂ ਪਾਤਸ਼ਾਹ ਜੀ ਨੇ ਬੜੀ ਮਦਦ ਕੀਤੀ ਪਹਾੜੀਆਂ ਦੀ। ਇਹ ਪੈਰ ਤੇ ਹੀ ਫਿਰ ਜਾਂਦੇ ਸਨ। ਇੱਕ ਪਾਸੇ ਗੁਰੂ ਸਾਹਿਬ ਜੀ ਨੇ ਤੁਰਕਾਂ ਨਾਲ ਮਿਲ ਕੇ ਇਹਨਾਂ ਦੀ ਰੱਖਿਆ ਕੀਤੀ, ਜੰਗ ਕੀਤਾ ਤੁਰਕਾਂ ਨਾਲ। ਤੇ ਸਾਧ ਸੰਗਤ ਜੀ ਜਦੋਂ ਜੰਗ ਜਿੱਤ ਲਿਆ ਤੇ ਹਾਲੇ ਸਤਿਗੁਰੂ ਉੱਥੇ ਹੀ ਸਨ ਤੇ ਇਹਨਾਂ ਨੇ ਫਿਰ ਤੁਰਕਾਂ ਨਾਲ ਸੰਧੀ ਕਰ ਲਈ ਅੰਦਰ ਖਾਤੇ। ਤੇ ਸਤਿਗੁਰੂ ਕਹਿੰਦੇ ਇਹ ਤਾਂ ਆਦ ਤੋਂ ਮੁੱਢ ਤੋਂ ਹੀ ਅਕਿਰਤ ਘਣ ਲੋਕ ਹਨ ਤੇ ਇਸ ਕਰਕੇ ਇਹਨਾਂ ਨੂੰ ਰਾਜ ਭਾਗ ਅਸੀਂ ਕਿਉਂ ਦੇਣਾ ਕਰੀਏ। ਸਦਾਵੇ ਆਪ ਸਿਪਾਹੀ। ਇਹ ਰਾਜਪੂਤ ਆਪਣੇ ਆਪ ਨੂੰ ਵੱਡੇ ਸਿਪਾਹੀ ਦੱਸਦੇ ਵੀ ਸਾਡੇ ਤੋਂ ਵੱਡਾ ਸੂਰਮਾ ਕੋਈ ਨਹੀਂ ਹੈ। ਜੇ ਅਸੀਂ ਇਹਨਾਂ ਨੂੰ ਪਾਤਸ਼ਾਹੀ ਦੇ ਵੀ ਦਿਆਂਗੇ ਨਾ ਤੇ ਇਹਨਾਂ ਨੇ ਇਹੀ ਕਹਿਣਾ ਵੀ ਸਾਨੂੰ ਗੁਰੂ ਸਾਹਿਬ ਨੇ ਕਦੋਂ ਪਾਤਸ਼ਾਹੀ ਦਿੱਤੀ ਹੈ, ਇਹ ਤਾਂ ਅਸੀਂ ਆਪ ਹੀ ਲਈ ਹੈ। ਜਿਵੇਂ ਤੁਰ ਕਹਿੰਦੇ ਸਨ ਵੀ ਸਾਨੂੰ ਗੁਰੂ ਨਾਨਕ ਸਾਹਿਬ ਨੇ ਥੋੜਾ ਦਿੱਤੀ ਹੈ, ਮੁਹੰਮਦ ਸਾਹਿਬ ਨੇ ਦਿੱਤੀ ਹੈ। ਤੇ ਕੱਲ ਆਉਣ ਵਾਲੇ ਸਮੇਂ ਵਿੱਚ ਇਹ ਪਹਾੜੀ ਵੀ ਇਸੇ ਤਰ੍ਹਾਂ ਕਹਿਆ ਕਰਨਗੇ। ਹੁਣ ਵੇਖੋ ਗੱਲ ਰਾਜਪੂਤ ਰਾਜਿਆਂ ਦੀ ਨਹੀਂ, ਗੱਲ ਹੈ ਵੀ ਉਹਨਾਂ ਲੋਕਾਂ ਦੀ ਜਿਹੜੇ ਹੰਕਾਰੀ ਤੇ ਗਰੂਰ ਨਾਲ ਭਰੇ ਸਨ। ਰਾਜਪੂਤ ਪਰਿਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਾਸ ਰਹੇ, ਛਤਰੀ ਸੂਰਮੇ ਸਨ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵੇਖੋ ਕਿੰਨੇ ਜੀ ਉਹਨਾਂ ਦੇ ਪਰਿਵਾਰ ਦੇ ਸ਼ਹੀਦ ਹੋਏ ਮਹਾਰਾਜ ਦੀ ਸੇਵਾ ਦੇ ਵਿੱਚ। ਭਾਈ ਉਦੈ ਰਠੌਰ ਜੀ, ਭਾਈ ਆਲਮ ਸਿੰਘ ਆਦਿਕ, ਬਾਬਾ ਬਚਿੱਤਰ ਸਿੰਘ ਜੀ, ਇਹ ਸਾਰਾ ਪਰਿਵਾਰ ਹੀ ਉਹਨਾਂ ਦਾ ਸੀ। ਇੱਥੇ ਗੱਲ ਜਾਤੀਵਾਦ ਦੀ ਨਹੀਂ, ਇੱਥੇ ਗੱਲ ਇਹ ਹੈ ਵੀ ਜਿਹੜੇ ਪਹਾੜੀ ਰਾਜਪੂਤ ਰਾਜੇ ਸਨ, ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਰਾਜ ਨਹੀਂ ਦੇਣਾ ਚਾਹੀਦਾ। ਇਹ ਹੰਕਾਰੀ ਤੇ ਪੱਥਰ ਪੂਜਣ ਵਾਲੇ ਲੋਕ ਹਨ। ਇਸ ਕਰਕੇ ਅਸੀਂ ਪਾਤਸ਼ਾਹੀ ਜਿਹੜੀ ਹੈ ਨਾ ਗਰੀਬਾਂ ਨੂੰ ਉਠਾ ਕੇ ਦੇਵਾਂਗੇ। ਅਗਰ ਗਰੀਬਾਂ ਨੂੰ ਪਾਤਸ਼ਾਹੀ ਦੇਵਾਂਗੇ ਤੇ ਉਹ ਹਮੇਸ਼ਾ ਇਹ ਗੱਲ ਜਾਣਨਗੇ ਮਨ ਵਿੱਚ ਕਿ ਸਾਨੂੰ ਰਾਜ ਭਾਗ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਦਈ ਜੇ ਚਾਹੇ ਗਰੀਬ ਕੋ ਕਿਉ ਅਤ ਦਿਓ ਅਖਾਏ। ਗੁਰੂ ਸਾਹਿਬ ਜੀ ਕਹਿੰਦੇ ਇਸ ਕਰਕੇ ਜਿਹੜੀ ਚੀਜ਼ ਹੈ ਉਹ ਗਰੀਬ ਨੂੰ ਹੀ ਦੇਣੀ ਚਾਹੀਦੀ ਹੈ। ਇੱਕ ਉਹਦੀ ਜ਼ਰੂਰਤ ਹੁੰਦੀ ਹੈ, ਇੱਕ ਉਸ ਨੂੰ ਸਮਝਦਾ ਜਦੋਂ ਇੰਨੀ ਬੇਸ਼ਕੀਮਤੀ ਚੀਜ਼ ਉਹਨੂੰ ਪ੍ਰਾਪਤ ਹੁੰਦੀ ਹੈ। ਦਿਆਵਾਨ ਘਰ ਗੁਰੂ ਕੋ ਅਬ ਗਰੀਬ ਨਿਵਾਜ ਅਵਾਏ। ਤੇ ਜਦੋਂ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਗਰੀਬ ਆਉਂਦੇ ਨੇ, ਉਹ ਗੁਰੂ ਘਰ ਨੂੰ ਗਰੀਬ ਨਿਵਾਜ ਆਖਦੇ ਨੇ। ਕਿਉਂ? ਇਹ ਘਰ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਇਸ ਕਰਕੇ ਗੁਰੂ ਘਰ ਦਇਆਵਾਨਾਂ ਦੇ ਉੱਤੇ ਦਇਆ ਕਰਨ ਵਾਲਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਗਰੀਬ ਨਿਵਾਜ ਆਖਦੇ ਨੇ ਤੇ ਅਸੀਂ ਗਰੀਬਾਂ ਨੂੰ ਨਿਵਾਜਾਂਗੇ, ਉਹਨਾਂ ਨੂੰ ਪਾਤਸ਼ਾਹੀ ਬਖਸ਼ਿਸ਼ ਕਰਾਂਗੇ। ਸਤ ਸਨਾਤ ਉਹ 12 ਜਾਤ। ਇਸ ਤਰ੍ਹਾਂ ਕਹਿੰਦੇ ਜਿਹੜੀਆਂ 7 ਸਨਾਤ, 7 ਜਿਹੜੀਆਂ ਉਹ ਨੀਚ ਜਾਤੀਆਂ ਨੇ ਤੇ 12 ਵੱਡੀਆਂ ਜਾਤਾਂ ਹਨ। ਰਾਜਨੀਤ ਕੀ ਬਾਤ। ਤੁਰਕ ਕਹਿੰਦੇ ਸਨ ਵੀ ਇਹ ਜਿਹੜੀਆਂ 7 ਨੀਚ ਜਾਤਾਂ ਤੇ ਹੋਰ ਜਿਹੜੀਆਂ 12 ਜਾਤਾਂ ਨੇ ਇਹ ਰਾਜਨੀਤੀ ਦੀ ਗੱਲ ਨਹੀਂ ਸਮਝ ਸਕਦੇ। ਬੂਟ ਕਹਿ ਜਹ ਜਗ ਮਾਹੀ।
ਉਹਨਾਂ ਨੂੰ ਲੋਕ ਜੱਟ ਬੂਟ ਕਹਿੰਦੇ ਸਨ ਵੀ ਇਹ ਨੌਕਰੀ ਪੇਸ਼ੇ ਵਾਲੇ ਲੋਕ ਨੇ, ਕਿਰਤ ਕਰਨ ਵਾਲੇ ਨੇ, ਮਜ਼ਦੂਰੀਆਂ ਕਰਨ ਵਾਲੇ ਲੋਕ ਨੇ, ਇਹਨਾਂ ਨੂੰ ਰਾਜਨੀਤੀ ਕਿੱਥੇ ਆਉਂਦੀ ਹੈ। ਬਣੀਏ ਬਕਾਲ ਕਿਰਾੜ ਖੱਤਰੀ ਸਦਾਈ। ਜਿਵੇਂ ਬਾਣੀਏ ਨੇ, ਫਿਰ ਬਕਾਲ ਹੋ ਗਏ, ਕਰਾੜ ਹੋ ਗਏ, ਇਸੇ ਤਰ੍ਹਾਂ ਕੁਝ ਆਪਣੇ ਆਪ ਨੂੰ ਖੱਤਰੀ ਅਖਵਾਉਂਦੇ ਹਨ। ਜਾਤ ਕਮੀਨੀ। ਇਸੇ ਪ੍ਰਕਾਰ ਲੋਹਾਰ, ਲੋਹੇ ਦਾ ਕੰਮ ਕਰਨ ਵਾਲੇ, ਲੱਕੜ ਦਾ ਕੰਮ ਕਰਨ ਵਾਲੇ, ਤਰਖਾਣ ਆਦਿਕ ਹਨ। ਲਾਲ ਨੀਚਨ ਪੈ ਕਿਰਪਾ ਕੀਨੀ। ਇਸੇ ਪ੍ਰਕਾਰ ਜਿਹੜੇ ਛੀਂਬੇ ਸਨ, ਫਿਰ ਕਲਾਲ ਸਨ, ਜਿਵੇਂ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ, ਉਹ ਵੀ ਕਲਾਲ ਸਨ। ਉਹਨਾਂ ਨੂੰ ਵੇਖੋ ਸਾਧ ਸੰਗਤ ਜੀ, ਕਿੱਡਾ ਵੱਡਾ ਖਿਤਾਬ, ਮਹਾਰਾਜਾ ਦਾ ਖਿਤਾਬ ਦਿੱਤਾ ਗਿਆ ਪੰਥ ਦੇ ਵਿੱਚ। ਉਹਨਾਂ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਗੁੱਜਰ ਗਵਾਰ, ਲੋਕ ਗੁੱਜਰਾਂ ਨੂੰ ਗਵਾਰ ਕਹਿੰਦੇ ਨੇ ਵੀ ਬਸ ਮੱਝਾਂ ਦਾ ਦੁੱਧ ਜਿਹੜਾ ਚੋਲਿਆ ਤੇ ਪੱਠੇ ਪਾ ਲਏ ਡੰਗਰਾਂ ਨੂੰ, ਵੀ ਇਹ ਤਾਂ ਡੰਗਰਾਂ ਵਿੱਚ ਹੀ ਰਹਿੰਦੇ ਨੇ, ਇਹਨਾਂ ਦੀ ਮੱਤ ਉਹਨਾਂ ਵਰਗੀ ਹੈ। ਇਸੇ ਪ੍ਰਕਾਰ ਅਹੀਰ ਜਾਤ ਜਿਹੜੀ ਹੈ ਵੀ ਲੋਕ ਕਹਿੰਦੇ ਵੀ ਮਾੜੀ ਨੀਚ ਜਾਤ ਵਾਲੇ ਹਨ। ਕੋਈ ਸੂਦਨ ਕੋਈ ਪੁੱਛੇ ਨਾ ਬਾਤ। ਜਿਵੇਂ ਕੰਬੋਜ ਹੋ ਗਏ ਤੇ ਇਸੇ ਪ੍ਰਕਾਰ ਸ਼ੂਦਰ ਆਦਿਕ ਹੋ ਗਏ, ਇਹਨਾਂ ਦੀ ਕੋਈ ਬਾਤ ਨਹੀਂ ਸੀ ਪੁੱਛਦਾ। ਇਸੇ ਤਰ੍ਹਾਂ ਝੀਵਰ ਨੇ, ਨਾਈ ਨੇ, ਅਰੋੜੇ ਨੇ ਤੇ ਘੁਮਿਆਰ ਆਦਿਕ ਹਨ। ਸੈਣੀ ਲੋਕ ਨੇ, ਇਸੇ ਪ੍ਰਕਾਰ ਜਿਹੜੇ ਸੁਨਿਆਰ ਨੇ ਤੇ ਚੂੜੇ ਤੇ ਚਮਿਆਰ ਲੋਕ ਹਨ। ਫਿਰ ਇਸੇ ਪ੍ਰਕਾਰ ਜਿਹੜੇ ਭੱਟ ਨੇ, ਬ੍ਰਾਹਮਣ ਪੰਡਤ ਆਦਿਕ, ਜਿਹੜੇ ਲੋਕਾਂ ਕੋਲੋਂ ਮੰਗ ਕੇ ਖਾਂਦੇ ਹਨ। ਬਹੁ ਰੂਪੀਏ ਲੋਕ ਜਿਹੜੇ ਕਈ ਤਰ੍ਹਾਂ ਦਾ ਭੇਖ ਬਣਾ ਕੇ ਲੋਕਾਂ ਨੂੰ ਤਮਾਸ਼ਾ ਆਦਿਕ ਵਿਖਾਉਂਦੇ ਨੇ। ਇਸੇ ਪ੍ਰਕਾਰ ਜਿਹੜੇ ਲੁਬਾਣੇ ਨੇ, ਜਿਹੜਾ ਲੂਣ ਦਾ ਕੰਮ ਆਦਿਕ ਕਰਦੇ ਹਨ, ਤੇ ਘੁਮਿਆਰ ਮਿੱਟੀ ਆਦਿਕ ਦਾ ਕੰਮ ਕਰਦੇ ਹਨ। ਗੁਰੂ ਸਾਹਿਬ ਕਹਿੰਦੇ ਇਹਨਾਂ ਗਰੀਬ ਸਿੱਖਾਂ ਨੂੰ ਭਾਈ ਮੈਂ ਪਾਤਸ਼ਾਹੀ ਬਖਸ਼ਿਸ਼ ਕਰਾਂਗਾ। ਇਹ ਜੁਗਾਂ ਜੁਗਾਂਤਰਾਂ ਤੱਕ ਫਿਰ ਸਾਡੀ ਗੁਰਿਆਈ ਯਾਦ ਰੱਖਣਗੇ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰਾਜ ਭਾਗ ਬਖਸ਼ਿਸ਼ ਕੀਤਾ ਹੈ, ਉਹ ਸਾਡੇ ਮਾਲਕ ਹਨ। ਸਤਿਗੁਰੂ ਸਿੱਖ ਲਲਕਾਰੇ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਹਿੰਦੇ ਸਿੱਖਾਂ ਨੂੰ ਸੱਦਿਆ ਤੇ ਉਹਨਾਂ ਨੂੰ ਲਲਕਾਰਿਆ ਹੈ। ਹੁਕਮ ਹੋਇਆ ਕਿ ਖਾਲਸਾ ਜੀ ਸ਼ਸਤਰ ਫੜੋ ਤੇ ਸ਼ਸਤਰ ਫੜ ਕੇ ਮੈਦਾਨੇ ਜੰਗ ਵਿੱਚ ਤੁਰਕ ਮਾਰ ਦਿਓ। ਤੋ ਸਿੱਖਨ ਤੇ ਨਹਿ ਮੰਨਿਓ ਤੁਰਕਨ ਤੇ ਖੋਫ ਕੀਨ। ਜਦੋਂ ਸਤਿਗੁਰਾਂ ਦਾ ਹੁਕਮ ਹੋਇਆ ਕਿ ਭਾਈ ਸ਼ਸਤਰ ਪਕੜੋ ਤੇ ਤੁਰਕਾਂ ਦਾ ਸੰਘਾਰ ਕਰੋ, ਕਹਿੰਦੇ ਜਦੋਂ ਹੁਕਮ ਹੋਇਆ ਸਤਿਗੁਰਾਂ ਦਾ ਤੇ ਸਿੱਖਾਂ ਨੇ ਮੰਨਿਆ ਨਹੀਂ। ਕਿਉਂ? ਉਹ ਆਪਣੇ ਮਨ ਦੇ ਵਿੱਚ ਤੁਰਕਾਂ ਦਾ ਖੋਫ ਖਾ ਗਏ, ਡਰ ਖਾ ਗਏ ਹਨ। ਕਹਿੰਦੇ ਸਤਿਗੁਰ ਜੀ ਉਹਨਾਂ ਦੇ ਕੋਲ ਤਾਂ ਕਿਤਨੀ ਫੌਜ ਹੈ, ਤੋਪਖਾਨਾ ਹੈ, ਹਰ ਤਰ੍ਹਾਂ ਦੇ ਸ਼ਸਤਰ ਨੇ, ਹਰ ਤਰ੍ਹਾਂ ਦੀ 4 ਪ੍ਰਕਾਰ ਦੀ ਫੌਜ ਉਹ ਰੱਖਦੇ ਨੇ। ਉਹਨਾਂ ਦੀ ਬਾਦਸ਼ਾਹੀ ਹੈ ਹਰ ਪਾਸੇ, ਉਹ ਆਪਣੀ ਜ਼ਮੀਨ ਕਿਵੇਂ ਛੱਡ ਦੇਣਗੇ? ਸਾਡੀ ਗਿਣਤੀ ਕਿੰਨੀ ਕੁ ਹੈ, ਸਾਡੇ ਕੋਲ ਸ਼ਸਤਰ ਕਿੰਨੇ ਕੁ ਨੇ? ਇਸ ਤਰ੍ਹਾਂ ਮਹਾਰਾਜ ਅਸੀਂ ਤੁਰਕਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਹਾਂ? ਸੋ ਮਹਾਰਾਜ ਦਸਵੇਂ ਪਾਤਸ਼ਾਹ ਜਿਸ ਤਰ੍ਹਾਂ ਖਾਲਸੇ ਪੰਥ ਦਾ ਮੁੱਢ ਬੱਝਾ, ਉਹਦਾ ਕਾਰਨ ਦੱਸ ਰਹੇ ਨੇ ਭਾਈ ਰਤਨ ਸਿੰਘ ਜੀ। ਕਾਰਨ ਕੀ ਸੀ? ਗੁਰੂ ਸਾਹਿਬ ਨੂੰ ਖਾਲਸਾ ਪੰਥ ਕਿਉਂ ਸਾਜਣਾ ਪਿਆ? ਇੰਨਾ ਜ਼ਿਆਦਾ ਤੇਜ ਪ੍ਰਤਾਪ ਖਾਲਸੇ ਦੇ ਵਿੱਚ ਕਿਉਂ ਹੈ ਕਿ ਗੱਲ ਹੀ ਕਿਸੇ ਦੀ ਨਹੀਂ ਮੰਨਦਾ। ਬਚਨ ਆਇਆ ਨਾ, ਇਨ ਨਾ ਮੰਨੈ ਕਿਸੇ ਕੀ, ਇਹ ਨਹੀਂ ਕਿਸੇ ਦੀ ਗੱਲ ਮੰਨਦੇ ਨੇ ਤੇ ਆਪਣੀ ਗੁਰੂ ਦੀ ਮੰਨਦੇ ਨੇ, ਉਹਦੇ ਤੋਂ ਬਿਨਾਂ ਕਿਸੇ ਦੀ ਗੱਲ ਨਹੀਂ ਮੰਨਦੇ। ਕਿਉਂ? ਇਹਨਾਂ ਦਾ ਇੱਕ ਹੀ ਮਾਲਕ ਅਕਾਲ ਪੁਰਖ ਹੈ, ਉਹਦੀ ਗੱਲ ਮੰਨ ਲੈਣਗੇ ਤੇ ਭਾਵੇਂ ਧਰਤੀ ਹਿੱਲ ਜਾਏ, ਹੋਰ ਦੂਜੇ ਦੀ ਗੱਲ ਨਹੀਂ ਮੰਨਦੇ। ਕੱਲ ਆਪਾਂ ਇਹ ਸਾਰਾ ਪ੍ਰਕਰਨ ਜਿਹੜਾ ਬੜੇ ਵਿਸਥਾਰ ਨਾਲ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਸੇਵਕ ਜਾਣ ਕੇ ਖਿਮਾ ਕਰ ਦੇਣੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾ, ਪ੍ਰਾਣਨਾਥ ਅਨਾਥ ਸਖੀ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ ਮੋਏ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ।
ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।